संसार प्रसिद्ध खेड कहानियां पुस्तक, अनुवादक गुरमेल मडाहड़। अगली कहानी है एक खिडारी दी डायरी चो 3 सफ़े। फ्रांसीसी कहानी ते लेखक है मोपान साह। मैं एक निशानेबाज हाँ, बेकिरक हाँ ते दया तरस जिहियां चीज़ां नाल घੱਟ ही वाह रखदा। प्रेम दीयां गल्लां मैनूं हवाई ते कमज़ोर लोकां दीयां खाम ख्याली लगदियां हन। पर अखबार 'ਚ ਇੱਕ ਮਾਮੂਲੀ ਜਿਹੀ ਖਬਰ ਪੜ੍ਹ ਕੇ ਮੈਂ ਸੁੰਨ ਰਹਿ ਗਿਆ। ਖਬਰ ਮਾਮੂਲੀ ਸੀ। ਪਹਿਲਾਂ ਉਹਨੇ ਉਸ ਕੁੜੀ ਦਾ ਕਤਲ ਕੀਤਾ, ਫਿਰ ਆਪ ਵੀ ਖੁਦਕੁਸ਼ੀ ਕਰਕੇ ਖਤਮ ਹੋ ਗਿਆ। ਇਹ ਤੋਂ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਉਹ ਉਸ ਕੁੜੀ ਨੂੰ ਪ੍ਰੇਮ ਕਰਦਾ ਰਿਹਾ ਹੋਏਗਾ। ਜਦੋਂ ਮੇਰੀ ਸੁੰਨਤਾ ਟੁੱਟੀ ਤਾਂ ਮੈਂ ਸੋਚਣ ਲੱਗਿਆ, ਮਤਵਾਲੇ ਪਿਆਰ ਦੇ ਇਸ ਨਾਟਕ 'ਚ ਕਿਸ ਦੀ ਭੂਮਿਕਾ ਜ਼ਿਆਦਾ ਮਹੱਤਵਪੂਰਨ ਸੀ, ਉਹਦੀ ਜਾਂ ਕੁੜੀ ਦੀ। ਪਰ ਸੋਚਦੇ ਸੋਚਦੇ ਮੈਂ ਇਸ ਸਿੱਟੇ ਤੇ ਪਹੁੰਚਿਆ ਕਿ ਇਸ ਸਾਰੇ ਕਾਂਡ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਭੂਮਿਕਾ ਪ੍ਰੇਮ ਨੇ ਨਿਭਾਈ ਸੀ। ਤਦ ਮੈਨੂੰ ਯਾਦ ਆ ਗਈ ਆਪਣੀ ਜਵਾਨੀ ਦੀ ਇੱਕ ਘਟਨਾ। ਉਸ ਘਟਨਾ ਦੇ ਦੌਰਾਨ ਵੀ ਮੈਨੂੰ ਪ੍ਰੇਮ ਦੇ ਇੱਕ ਅਣਜਾਣੇ ਰੂਪ ਦੇ ਦਰਸ਼ਨ ਹੋਏ ਸੀ। ਈਸਾ ਨੂੰ ਸੂਲੀ ਲੱਗਣ ਤੋਂ ਮਗਰੋਂ ਉਹਦੇ ਪੈਰੋਕਾਰਾਂ ਨੂੰ ਆਕਾਸ਼ ਦੀ ਪਿੱਠ ਭੂਮੀ 'ਚ ਜਿਵੇਂ ਸਲੀਬ ਦਿਖਾਈ ਦਿੱਤੀ ਸੀ, ਉਸੇ ਤਰ੍ਹਾਂ ਹੀ ਉਹ ਪ੍ਰੇਮ ਮੈਨੂੰ ਦਿਖਾਈ ਦਿੱਤਾ। ਦੂਸਰਾ ਭਾਗ। ਜਿਵੇਂ ਕਿ ਮੈਂ ਹੁਣੇ ਬੇਨਤੀ ਕੀਤੀ ਹੈ ਕਿ ਮੈਂ ਇੱਕ ਚੰਗਾ ਨਿਸ਼ਾਨੇਬਾਜ਼ ਹਾਂ, ਸ਼ਿਕਾਰ ਨੂੰ ਜਾਂਦਾ ਹਾਂ ਤੇ ਮੇਰੇ ਨਿਸ਼ਾਨੇ ਦੀ ਮਾਰ 'ਚ ਆਉਣ ਵਾਲਾ ਕੋਈ ਪਸ਼ੂ ਪੰਛੀ ਸ਼ਾਇਦ ਹੀ ਕਦੇ ਜਿਉਂਦਾ ਬਚ ਸਕਿਆ ਹੋਵੇ। ਗੋਲੀ ਚਲਾਉਂਦਿਆਂ ਵੇਲੇ ਮੈਂ ਬੜਾ ਹੀ ਨਿਰਦਈ ਹੁੰਦਾ, ਪਰ ਜਦ ਆਪਣੀ ਗੋਲੀ ਨਾਲ ਮਰੇ ਪਸ਼ੂ ਨੂੰ ਦੇਖਦਾ ਤਾਂ ਮਨ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ। ਉਦੋਂ ਕੁਝ ਵੀ ਸੋਚਣਾ ਸਮਝਣਾ ਬੰਦ ਕਰ ਦਿੰਦਾ। ਉਸ ਸਾਲ ਜਿਵੇਂ ਹੀ ਸਰਦੀ ਦੀ ਰੁੱਤ ਸ਼ੁਰੂ ਹੋਈ, ਮੇਰੇ ਰਿਸ਼ਤੇਦਾਰ ਕਾਰਲ ਦਰਾਵਲੇ ਨੇ ਮੈਨੂੰ ਸ਼ਿਕਾਰ ਲਈ ਬੁਲਾ ਭੇਜਿਆ। ਉਹਦੇ ਕੋਲ ਪਹੁੰਚ ਕੇ ਸਕੀਮ ਬਣਾਈ ਗਈ ਕਿ ਅਗਲੇ ਦਿਨ ਤੜਕੇ ਹੀ ਬੱਤਕਾਂ ਦੇ ਸ਼ਿਕਾਰ ਲਈ ਜਾਵਾਂਗੇ। ਕਾਰਲ ਦੇ ਘਰ ਦੇ ਕੋਲ ਇੱਕ ਦਲਦਲੀ ਇਲਾਕਾ ਸੀ ਜਿੱਥੇ ਬੱਤਕਾਂ ਭਾਰੀ ਗਿਣਤੀ 'ਚ ਸਨ। ਕਾਰਲ ਦੀ ਉਮਰ ਲਗਭਗ 40 ਸਾਲ ਦੀ ਸੀ। ਉਹ ਬੜੇ ਮੌਜੀ ਤੇ ਹਸਮੁਖ ਸੁਭਾਅ ਦਾ ਸੀ। ਉਹਨੂੰ ਵੀ ਮੇਰੇ ਵਾਂਗੂ ਸ਼ਿਕਾਰ ਖੇਡਣ ਦਾ ਸ਼ੌਕ ਸੀ। ਸ਼ਿਕਾਰ ਦੇ ਲਈ ਉਹਨੂੰ ਆਪਣੇ ਫਾਰਮ ਦੇ ਨੇੜੇ ਤੇੜੇ ਜਿੱਥੇ ਉਹ ਰਹਿੰਦਾ ਸੀ, ਕਾਫੀ ਪਸ਼ੂ ਪੰਛੀ ਮਿਲ ਜਾਂਦੇ ਸੀ। ਜਿਸ ਦਲਦਲੀ ਹਿੱਸੇ 'ਚ ਅਸੀਂ ਬੱਤਕਾਂ ਦਾ ਸ਼ਿਕਾਰ ਕਰਨਾ ਸੀ, ਉਹ ਵੀ ਉਹਦੇ ਕਬਜ਼ੇ 'ਚ ਸੀ। ਉਹਦੀ ਵਰਤੋਂ ਸਿਰਫ ਸ਼ਿਕਾਰ ਦੇ ਲਈ ਹੀ ਕਰਦਾ ਸੀ। ਉਹਦੇ ਤੇ ਉਹਦੇ ਮੁਲਾਜ਼ੇਦਾਰਾਂ ਦੇ ਬਿਨਾਂ ਕਿਸੇ ਹੋਰ ਨੂੰ ਉਸ ਥਾਂ 'ਚ ਜਾਣ ਦੀ ਆਗਿਆ ਨਹੀਂ ਸੀ। ਪਾਣੀ ਮੈਨੂੰ ਪਿਆਰਾ ਹੈ। ਪਾਣੀ ਦਾ ਵਿਸਥਾਰ ਵੇਖ ਕੇ ਮੈਨੂੰ ਬੜਾ ਸਵਾਦ ਆਉਂਦਾ ਹੈ। ਸਮੁੰਦਰ ਜਾਂ ਨਦੀ ਦੇ ਤੱਟ ਤੇ ਜਾ ਕੇ ਮੈਂ ਜਿਵੇਂ ਵੱਖਰੀ ਦੁਨੀਆ 'ਚ ਪਹੁੰਚ ਜਾਂਦਾ। ਖਾਸ ਤੌਰ ਤੇ ਦਲਦਲੀ ਥਾਂ ਮੈਨੂੰ ਬਹੁਤ ਪਿਆਰੀ ਲੱਗਦੀ ਹੈ। ਮੇਰੀ ਇਸ ਪਸੰਦ ਦੇ ਕਈ ਕਾਰਨ ਹਨ। ਦਲਦਲੀ ਮੈਦਾਨ ਦੇ ਕੋਲ ਪਹੁੰਚਣ ਉੱਤੇ ਮੈਨੂੰ ਲੱਗਦਾ ਜਿਵੇਂ ਮੈਂ ਸ੍ਰਿਸ਼ਟੀ ਦੇ ਸਿਰਜਣ ਕਾਲ 'ਚ ਪਹੁੰਚ ਗਿਆ। ਉੱਥੋਂ ਦਾ ਭੇਦ ਭਰਿਆ ਵਾਤਾਵਰਨ, ਉੱਥੋਂ ਦਾ ਸੰਘਣਾ ਕੋਹਰਾ, ਉੱਥੋਂ ਦਾ ਚਿੱਤਰ ਵਿਚਿੱਤਰ ਅਨੋਖੇ ਪਸ਼ੂ ਪੰਛੀ ਆਦਿ ਸਾਰੇ ਉਸ ਕਾਲ ਵਿੱਚ ਲੈ ਜਾਂਦੇ ਹਨ ਜਦੋਂ ਸ੍ਰਿਸ਼ਟੀ ਦਾ ਜਨਮ ਹੋਇਆ ਸੀ। ਇਸ ਭੇਦ ਭਰੇ ਵਾਤਾਵਰਨ ਨੂੰ ਹੋਰ ਜ਼ਿਆਦਾ ਗੂੜ ਤੇ ਭੇਦ ਭਰਿਆ ਬਣਾ ਦਿੰਦੇ ਨੇ ਉੱਥੋਂ ਦੇ ਨਿਰਾਲੇ ਪੰਛੀ, ਜਿਨ੍ਹਾਂ ਦੇ ਸੰਗੀਤਮਈ ਬੋਲ ਇੱਕ ਅਣਜਾਣੀ ਦੁਨੀਆ 'ਚ ਲੈ ਜਾਂਦੇ ਹਨ ਜੋ ਸਾਡੀ ਦੁਨੀਆ ਤੋਂ ਬਿਲਕੁਲ ਅੱਡ ਹੈ। ਸ਼ਿਕਾਰ ਦੇ ਲਈ ਅਸੀਂ ਦੋਵੇਂ ਤੜਕੇ ਉੱਠ ਪਏ ਤੇ 4:30 ਵਜੇ ਦੇ ਕਰੀਬ ਉੱਠ ਕੇ ਉਸ ਦਲਦਲੀ ਜਗ੍ਹਾ 'ਚ ਪਹੁੰਚ ਗਏ ਜਿੱਥੇ ਅਸੀਂ ਬੱਤਕਾਂ ਦਾ ਸ਼ਿਕਾਰ ਕਰਨਾ ਸੀ। ਸੀਤ ਹਵਾ ਜਿਵੇਂ ਚੀਰ ਪਾ ਰਹੀ ਸੀ। ਕਾਰਲ ਨੇ ਹੱਥ ਮਲਦੇ ਹੋਏ ਕਿਹਾ, ਇੰਨੀ ਠੰਡ ਮੈਂ ਅੱਜ ਤੱਕ ਮਹਿਸੂਸ ਨਹੀਂ ਕੀਤੀ। ਤਾਪਮਾਨ ਕੱਲ ਸ਼ਾਮ 0 ਤੋਂ 12 ਡਿਗਰੀ ਘੱਟ ਸੀ। ਠੰਡ ਮੇਰੀ ਚਰਬੀ 'ਚ ਵੀ ਵੜਦੀ ਜਾ ਰਹੀ ਸੀ। ਹਰੇਕ ਚੀਜ਼ ਬਰਫ਼ ਵਾਂਗ ਜੰਮੀ ਹੋਈ ਲੱਗਦੀ ਸੀ। ਠੰਡੀ ਤੇ ਬੇਜਾਨ ਹਵਾ ਵੀ ਜਿਵੇਂ ਜੰਮ ਗਈ ਜਾਪਦੀ ਸੀ। ਚੰਨ ਦਾ ਚੌਥਾ ਹਿੱਸਾ ਆਕਾਸ਼ 'ਚ ਆਖਰੀ ਸਾਹ ਲੈਂਦਾ ਜਾਪ ਰਿਹਾ ਸੀ। ਉਹਨੂੰ ਦੇਖਣ ਤੋਂ ਹੀ ਲੱਗਦਾ ਸੀ ਜਿਵੇਂ ਸੀਤ ਨੇ ਉਹਨੂੰ ਵੀ ਠੰਡਾ ਕਰ ਦਿੱਤਾ ਹੈ। ਉਹਦੀ ਰੌਸ਼ਨੀ ਵੀ ਬੜੇ ਪਾਲੇ ਦੀ ਮਾਰੀ ਹੋਈ ਤੇ ਧੁੰਦਲੀ ਸੀ। ਅਸੀਂ ਦੋਵੇਂ ਆਪਣੀਆਂ ਬੰਦੂਕਾਂ ਕੱਛਾਂ 'ਚ ਦੱਬੀ ਤੇ ਜੇਬਾਂ 'ਚ ਹੱਥ ਪਾਈ ਚੁੱਪਚਾਪ ਤੁਰੇ ਜਾ ਰਹੇ ਸੀ। ਸਾਡੇ ਨਾਲ 2 ਸ਼ਿਕਾਰੀ ਕੁੱਤੇ ਸੀ ਜਿਨ੍ਹਾਂ ਦੇ ਮੂੰਹੋਂ ਸਾਹ ਦੀ ਥਾਂ ਸਫੈਦ ਧੂੰਆਂ ਨਿਕਲ ਰਿਹਾ ਸੀ। ਦਲਦਲੀ ਜਗ੍ਹਾ 'ਚ ਆ ਕੇ ਅਸੀਂ ਦੋਨਾਂ ਨੇ ਇੱਕ ਤੰਗ ਗਲੀ 'ਚ ਚੱਲਣਾ ਸ਼ੁਰੂ ਕਰ ਦਿੱਤਾ। ਚਲਦੇ ਚਲਦੇ ਮੇਰੀ ਕੂਹਣੀ ਲੰਮੀਆਂ ਰਿਬਨਨੁਮਾ ਪੱਤੀਆਂ ਨਾਲ ਟਕਰਾਈ ਤੇ ਮੈਂ ਪਿੱਛੋਂ ਆਉਂਦਾ ਹੋਇਆ ਇੱਕ ਸ਼ਕਤੀਸ਼ਾਲੀ ਪਰ ਠੰਡਾ ਤੇ ਸਪਾਟ ਬੋਲ ਸੁਣਿਆ, ਜਿਹਨੂੰ ਸੁਣ ਕੇ ਮੈਂ ਚੌਂਕ ਪਿਆ। ਭਾਗ ਤੀਸਰਾ। ਅੱਜ ਸਵੇਰ ਹੋਣ ਵਿੱਚ 1 ਘੰਟਾ ਬਾਕੀ ਸੀ। ਮੈਂ ਇੱਕ ਮੋਟਾ ਕੰਬਲ ਆਲੇ ਦੁਆਲੇ ਲਪੇਟ ਕੇ ਆਰਾਮ ਕਰਨ ਲੱਗ ਪਿਆ। ਜਿੱਥੇ ਮੈਂ ਲੇਟਿਆ ਸੀ ਉੱਥੋਂ ਠਰਿਆ ਹੋਇਆ ਚੰਦ ਤੇ ਪੱਤੇ ਪੱਤੀਆਂ ਸਾਫ਼ ਦਿਖਾਈ ਦੇ ਰਹੇ ਸੀ। ਝੌਂਪੜੀ ਦੇ ਅੰਦਰ ਅਸਹਿ ਠੰਡ ਸੀ ਜਿਸ ਕਰਕੇ ਮੈਨੂੰ ਖੰਘ ਆਉਣ ਲੱਗ ਪਈ। ਕਾਰਲ ਨੇ ਕਿਹਾ, ਮੈਂ ਅੱਗ ਮਚਾਉਣਾ,
ਮੈਂ ਨਹੀਂ ਚਾਹੁੰਦਾ ਤੁਸੀਂ ਠੰਡ ਦੇ ਸ਼ਿਕਾਰ ਹੋਵੋ। ਤੇ ਉਹਨੇ ਆਪਣੇ ਸ਼ਿਕਾਰ ਰੱਖਿਅਕ ਨੂੰ ਅੱਗ ਮਚਾਉਣ ਦੇ ਲਈ ਕਿਹਾ। ਅੱਗ ਝੌਂਪੜੀ ਦੇ ਵਿੱਚੋਂ ਵਿੱਚ ਮਚਾਈ ਗਈ ਤਾਂ ਕਿ ਉਹਦਾ ਧੂੰਆਂ ਝੌਂਪੜੀ ਦੀ ਛੱਤ ਦੇ ਵਿੱਚ ਬਣੇ ਮੋਗੇ 'ਚ ਹੋ ਕੇ ਬਾਹਰ ਜਾ ਸਕੇ। ਅੱਗ ਦੀਆਂ ਲਪਟਾਂ ਉੱਪਰ ਉੱਠਦੀਆਂ ਹੋਈਆਂ ਐਵੇਂ ਲੱਗ ਰਹੀਆਂ ਸੀ ਜਿਵੇਂ ਕਾਰਲ ਬਾਹਰੋਂ ਆਵਾਜ਼ ਦੇ ਕੇ ਮੈਨੂੰ ਬੁਲਾ ਰਿਹਾ ਸੀ। ਮੈਂ ਬਾਹਰ ਗਿਆ ਤਾਂ ਉਹਨੇ ਮੈਨੂੰ ਆਪਣੇ ਕੋਲ ਬੁਲਾ ਕੇ ਕਿਹਾ, ਦੇਖੋ ਝੌਂਪੜੀ ਦੇ ਵੱਲ। ਮੈਂ ਦੇਖਿਆ ਅੱਗ ਦੀਆਂ ਲਪਟਾਂ ਦੀ ਪਿੱਠ ਭੂਮੀ 'ਚ ਝੌਂਪੜੀ ਸੱਚਮੁੱਚ ਇੱਕ ਜਗਮਗਾਉਂਦੀ ਹੀਰੇ ਦੀ ਤਰ੍ਹਾਂ ਲੱਗ ਰਹੀ ਸੀ। ਤਦ ਤੁਸੀਂ ਪੰਛੀਆਂ ਦੇ ਉੱਡਣ ਦੀ ਆਵਾਜ਼ ਸੁਣੀ, ਜੋ ਇਸ ਗੱਲ ਦਾ ਸੰਕੇਤ ਸੀ ਕਿ ਸਵੇਰ ਹੋ ਗਈ ਸੀ। ਬੱਤਕਾਂ ਆਕਾਸ਼ 'ਚ ਉੱਡਣ ਲੱਗੀਆਂ ਸਨ। ਭਾਗ ਚੌਥਾ। ਕਾਰਲ ਨੇ ਸ਼ਿਕਾਰ ਰੱਖਿਅਕਾਂ ਨੂੰ ਅੱਗ ਬੁਝਾਉਣ ਦਾ ਹੁਕਮ ਦਿੱਤਾ। ਅਸੀਂ ਦੋਵੇਂ ਸ਼ਿਕਾਰ ਦੇ ਲਈ ਨਿਕਲ ਪਏ। ਬੱਤਕਾਂ ਦੇ ਝੁੰਡਾਂ ਦੇ ਝੁੰਡ ਆਕਾਸ਼ 'ਚ ਛਾਂਦੇ ਜਾ ਰਹੇ ਸੀ। ਕਾਰਲ ਨੇ ਉਹਨਾਂ ਨੂੰ ਦੇਖ ਕੇ ਬੰਦੂਕ ਚਲਾਈ। ਦੋਹੇ ਕੁੱਤੇ ਫੁਰਤੀ ਨਾਲ ਉੱਧਰ ਦੌੜੇ ਜਿੱਧਰ ਉਹਨਾਂ ਦੇ ਖਿਆਲ ਵਿੱਚ ਗੋਲੀ ਲੱਗਣ ਤੋਂ ਮਗਰੋਂ ਬੱਤਕਾਂ ਡਿੱਗੀਆਂ ਸਨ। ਦੋਹੇ ਕੁੱਤੇ ਜ਼ਖਮੀ ਬੱਤਕਾਂ ਨੂੰ ਦੇਖ ਕੇ ਬਹੁਤ ਖੁਸ਼ ਸਨ। ਦੋਵੇਂ ਬੱਤਕਾਂ ਆਪਣੀਆਂ ਅੱਖਾਂ ਖੋਲ੍ਹ ਕੇ ਕਦੇ-ਕਦੇ ਮੈਨੂੰ ਤੇ ਕਾਰਲ ਨੂੰ ਵੇਖ ਲੈਂਦੀਆਂ। ਸੂਰਜ ਚੜ੍ਹਦੇ ਨੀਲੇ ਆਕਾਸ਼ 'ਚ ਧੁੱਪ ਛਾਣ ਲੱਗੀ। ਅਸੀਂ ਉੱਥੇ ਚੱਲਣ ਦਾ ਵਿਚਾਰ ਹੀ ਕਰ ਰਹੇ ਸੀ ਕਿ ਦੇਖਿਆ ਦੋ ਬੱਤਕਾਂ ਸਾਡੇ ਉੱਤੇ ਉੱਡ ਰਹੀਆਂ ਸਨ। ਮੈਂ ਨਿਸ਼ਾਨਾ ਬੰਨ੍ਹ ਕੇ ਉੱਤੇ ਗੋਲੀ ਚਲਾਤੀ ਤੇ ਉਹਨਾਂ ਵਿੱਚੋਂ ਇੱਕ ਮੇਰੇ ਪੈਰਾਂ ਉੱਤੇ ਆ ਡਿੱਗੀ। ਉਹ ਸਫੈਦ ਛਾਤੀ ਵਾਲੀ ਚਿੱਤਕਬਰੀ ਨਸਲ ਦੀ ਬੱਤਖ ਸੀ। ਮੈਂ ਉਹਨੂੰ ਦੇਖ ਹੀ ਰਿਹਾ ਸੀ ਕਿ ਮੈਨੂੰ ਆਪਣੇ ਉੱਤੇ ਇੱਕ ਹੋਰ ਬੱਤਖ ਦੀ ਆਵਾਜ਼ ਸੁਣਾਈ ਦਿੱਤੀ। ਉਹ ਰਹਿ ਕੇ ਵਿਰਲਾਪ ਕਰ ਰਹੀ ਸੀ। ਉਹਦੀ ਨਿਗਾਹ ਮਰੀ ਹੋਈ ਬੱਤਖ ਉੱਤੇ ਸੀ, ਜੋ ਪਲ ਭਰ ਪਹਿਲਾਂ ਉਹਦੇ ਨਾਲ ਚਹਿਕਦੀ ਹੋਈ ਉੱਡ ਰਹੀ ਸੀ, ਜੋ ਇਸ ਵਕਤ ਮੇਰੇ ਹੱਥਾਂ 'ਚ ਸੀ। ਉਹ ਮੇਰੇ ਸਿਰ ਦਾ ਚੱਕਰ ਲਾਉਂਦੀ ਹੋਈ ਰੋਂਦੀ ਕੁਰਲਾਉਂਦੀ ਨਾਲ ਚੱਲ ਰਹੀ ਸੀ। ਕਾਰਲ ਆਪਣੀ ਬੰਦੂਕ ਮੋਢੇ ਪਾ ਕੇ ਗੋਡੇ ਟੇਕ ਕੇ ਉਸ ਪੰਛੀ ਨੂੰ ਧਿਆਨ ਨਾਲ ਦੇਖਣ ਲੱਗਿਆ। ਫਿਰ ਉਹਨੇ ਕਿਹਾ, ਤੁਸੀਂ ਮਦੀਨ ਬੱਤਖ ਨੂੰ ਮਾਰ ਦਿੱਤਾ ਤੇ ਹੁਣ ਨਰ ਬੱਤਖ ਉਹਦਾ ਪਿੱਛਾ ਨਹੀਂ ਛੱਡ ਰਿਹਾ। ਉਹ ਆਪਣੀ ਮਦੀਨ ਬਿਨਾਂ ਨਹੀਂ ਉੱਡੇਗਾ। ਸੱਚਮੁੱਚ ਹੀ ਉਹ ਨਹੀਂ ਉੱਡਿਆ ਤੇ ਵਿਰਲਾਪ ਕਰਦਾ ਹੋਇਆ ਸਾਡੇ ਸਿਰ ਦੁਆਲੇ ਚੱਕਰ ਲਾਉਂਦਾ ਰਿਹਾ। ਮੇਰਾ ਮਨ ਪਿਘਲ ਗਿਆ। ਅੱਜ ਤੱਕ ਕਿਸੇ ਦੇ ਵਿਰਲਾਪ ਤੋਂ ਮੈਂ ਇੰਨਾ ਦੁਖੀ ਨਹੀਂ ਹੋਇਆ ਸੀ ਜਿੰਨਾ ਉਸ ਵਕਤ ਨਰ ਬੱਤਖ ਦੇ ਵਿਰਲਾਪ ਤੋਂ ਹੋਇਆ ਸੀ। ਇਕੱਲੇ ਤੇ ਖੋਏ ਜਿਹੇ ਉਸ ਨਰ ਬੱਤਖ ਦੀ ਫਿੱਟ ਲਾਹਨਤੀ ਮੇਰੇ ਉੱਤੇ ਮੁੜ ਕੋਰੜੇ ਬਰਸਾ ਰਹੀ ਸੀ। ਕਦੇ ਉੱਡਦੇ ਹੋਏ ਉਸ ਹਥਿਆਰਨੀ ਬੰਦੂਕ ਦੇ ਹੇਠਾਂ ਵੀ ਆ ਜਾਂਦਾ ਸੀ ਜਿਹਨੇ ਉਹਦੀ ਸਾਥਣ ਦੀ ਜਾਨ ਲਈ ਸੀ। ਤਦ ਲੱਗਦਾ ਕਿ ਉਹਨੇ ਆਪਣੀ ਸਾਥਣ ਦਾ ਵਿਚਾਰ ਤਿਆਗ ਦਿੱਤਾ ਤੇ ਹੁਣ ਇਕੱਲੇ ਉੱਡਣ ਲਈ ਤਿਆਰ ਹੈ। ਪਰ ਫਿਰ ਉਹਨੂੰ ਉਹਦੀ ਯਾਦ ਆ ਜਾਂਦੀ ਤੇ ਉਹਨੂੰ ਪ੍ਰਾਪਤ ਕਰਨ ਲਈ ਮੇਰੇ ਸਿਰ ਦੇ ਉੱਪਰ ਚੱਕਰ ਲਾਉਣ ਲੱਗ ਜਾਂਦਾ। ਕਾਰਲ ਨੇ ਮੈਨੂੰ ਕਿਹਾ, ਮਾਦਾ ਬੱਤਖ ਨੂੰ ਧਰਤੀ ਉੱਤੇ ਰੱਖ ਦੇ। ਉਹ ਇਹ ਜਾਣਦੇ ਹੋਏ ਵੀ ਕਿ ਉਹ ਤੇਰੀ ਬੰਦੂਕ ਦੀ ਮਾਰ 'ਚ ਹੈ, ਮਾਦਾ ਬੱਤਖ ਦੇ ਕੋਲ ਆ ਜਾਏਗਾ। ਇਹੀ ਹੋਇਆ। ਉਹ ਬੰਦੂਕ ਦੇ ਸੰਕਟ ਤੋਂ ਬੇਖਬਰ ਆਪਣੀ ਉਸ ਪਿਆਰੀ ਸਾਥਣ ਦੇ ਕੋਲ ਖਿੱਚਿਆ ਚਲਿਆ ਆਇਆ ਜਿਹਦੀ ਮੈਂ ਹੁਣੇ ਹੱਤਿਆ ਕੀਤੀ ਸੀ। ਕਾਰਲ ਨੇ ਆਪਣਾ ਨਿਸ਼ਾਨਾ ਟਿਕਾ ਕੇ ਉਹਨੂੰ ਵੀ ਖਤਮ ਕਰ ਦਿੱਤਾ ਤੇ ਉਹ ਨਰ ਬੱਤਖ ਧਰਤੀ ਉੱਤੇ ਇਵੇਂ ਆ ਡਿੱਗਿਆ ਜਿਵੇਂ ਧਾਗੇ ਦੇ ਕੱਟ ਦੀ ਕੋਈ ਕਠਪੁਤਲੀ ਹੇਠਾਂ ਡਿੱਗ ਪਈ ਹੋਵੇ। ਇੱਕ ਕੁੱਤੇ ਨੇ ਝਾੜੀ 'ਚ ਉਹਦੀ ਲਾਸ਼ ਲਿਆ ਕੇ ਮੈਨੂੰ ਦੇ ਦਿੱਤੀ। ਦੋਨੋਂ ਬੱਤਖਾਂ ਦੇ ਸਰੀਰ ਹੁਣ ਤੱਕ ਠੰਡੇ ਹੋ ਗਏ ਸੀ। ਮੈਂ ਉਹਨਾਂ ਨੂੰ ਇੱਕ ਹੀ ਬੈਗ 'ਚ ਰੱਖਿਆ ਤੇ ਉਸੇ ਸ਼ਾਮ ਵਾਪਸ ਪੈਰਿਸ ਮੁੜ ਗਿਆ। ਧੰਨਵਾਦ। ਅਗਲੀ ਅਮਰੀਕੀ ਕਹਾਣੀ ਹੈ ਮੁਕਾਬਲਾ। ਲੇਖਕ ਹੈ ਇਰਵਿਨ ਏਸ਼ ਕਨੇਜੀ। ਮੇਰਾ ਖਿਆਲ ਹੈ ਮੈਂ ਤੈਨੂੰ ਪਿਛਲੀ ਬਸੰਤ 'ਚ 22 ਦੀ ਜਗ੍ਹਾ ਉੱਤੇ ਦੇਖਿਆ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਉਹ ਤੂੰ ਹੀ ਸੀ ਜਿਹਨੇ ਸੂਬੇ ਦੀ ਹੈਵੀਵੇਟ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਸੀ। ਤੂੰ ਹੀ ਸੀ ਨਾ? ਬੁੱਢੇ ਨੇ ਮੈਥੋਂ ਪੁੱਛਿਆ। ਮੈਂ ਹੈਰਾਨੀ ਨਾਲ ਹਾਂ 'ਚ ਸਿਰ ਹਿਲਾਇਆ। ਪਰ ਇਹ ਤੇਰੀ ਅੱਖ ਦੇ ਹੇਠਾਂ ਜ਼ਖਮ ਕਿਹਾ? ਇਹ ਤਾਂ ਉੱਥੇ ਨਹੀਂ ਹੋਇਆ ਸੀ। ਜੀ ਹਾਂ, ਇਹ ਉੱਥੇ ਨਹੀਂ ਹੋਇਆ ਸੀ। ਮੈਂ ਹੁਣ ਬਾਕਸਿੰਗ ਪੇਸ਼ੇ ਦੇ ਰੂਪ 'ਚ ਅਪਣਾ ਲਈ ਹੈ। ਭਾਵ ਤੂੰ ਪੜ੍ਹਾਈ ਛੱਡ ਚੁੱਕਿਆ? ਜੀ ਨਹੀਂ, ਮੈਂ ਪੜ੍ਹਾਈ ਚਾਲੂ ਰੱਖਣ ਲਈ ਹੀ ਇਹ ਕਿੱਤਾ ਅਪਣਾਇਆ। ਕੁਝ ਚਿਰ ਮਗਰੋਂ ਬੁੱਢੇ ਨੇ ਆਪਣੀ ਮੇਜ਼ ਤੋਂ ਉੱਠ ਕੇ ਮੈਨੂੰ ਸੰਬੋਧਿਤ ਕੀਤਾ। ਜੇ ਤੂੰ ਯੂਨੀਵਰਸਿਟੀ ਜਾਣਾ ਚਾਹੇ ਤਾਂ ਮੈਂ ਤੈਨੂੰ ਪਹੁੰਚਾ ਸਕਦਾ। ਮੇਰੇ ਕੋਲ ਟੈਕਸੀ ਹੈ। ਟੈਕਸੀ ਹਾਈਵੇ ਨੰਬਰ 41 ਤੋਂ ਅੱਗੇ ਵੱਧ ਗਈ। ਬੁੱਢੇ ਨੇ ਮੈਨੂੰ ਦੱਸਿਆ ਕਿ ਉਹਦਾ ਨਾਮ ਪੋਪ ਹੈ ਤੇ ਉਹ 1910 ਤੋਂ ਮੁੱਕੇਬਾਜ਼ੀ ਦੀ ਸਿੱਖਿਆ ਦੇਣ ਤੇ ਮੁਕਾਬਲੇ ਕਰਵਾਉਣ ਦਾ ਪ੍ਰਬੰਧ ਕਰਨ ਦਾ ਕੰਮ ਕਰ ਰਿਹਾ। ਕੁਝ ਚਿਰ ਦੀ ਚੁੱਪ ਤੋਂ ਮਗਰੋਂ ਉਹਨੇ ਪੁੱਛਿਆ, ਕੀ ਤੂੰ ਯਹੂਦੀ ਹੈ? ਨਹੀਂ, ਮੈਂ ਕਿਹਾ। ਮੈਂ ਖਾਨਦਾਨੀ ਈਸਾਈ ਹਾਂ। ਉਹ ਚੁੱਪ ਹੋ ਗਿਆ। ਮੈਂ ਸੋਚਿਆ ਜੇ ਮੈਂ ਯਹੂਦੀ ਹੁੰਦਾ ਤਾਂ ਵੀ ਨਾ ਦੱਸਦਾ। ਮੈਂ ਯਹੂਦੀ ਹਾਂ ਤੇ ਕਦੇ ਸੋਚਦਾ। ਉਹ ਹਨੇਰੇ 'ਚ ਘੂਰਦਾ ਹੋਇਆ ਇੱਕਦਮ ਬੋਲਿਆ, ਮੈਂ ਯਹੂਦੀ ਪਰਿਵਾਰ 'ਚ ਪੈਦਾ ਕਿਉਂ ਹੋਇਆ? ਮੈਂ ਇਸ ਪ੍ਰਤੀਕਿਰਿਆ ਦੇ ਲਈ ਤਿਆਰ ਨਹੀਂ ਸੀ। ਮੈਨੂੰ ਉਹਦੇ ਲਈ ਆਪਣੇ ਦਿਲ 'ਚ ਹਮਦਰਦੀ ਜਾਗਦੀ ਮਹਿਸੂਸ ਹੋਈ। ਹਨੇਰਾ ਕੁਝ ਘਟਣ ਲੱਗਿਆ ਸੀ। ਮੈਂ ਬੇਚੈਨੀ ਮਹਿਸੂਸ ਕਰਦੀ ਹੋਈ ਕਿਹਾ ਕਿ ਮੈਂ ਅਸਲ ਵਿੱਚ ਗੇਨਜ਼ਵਿਲ ਵਿੱਚ
ਰੁਕਣ ਦਾ ਵਿਚਾਰ ਨਹੀਂ ਰੱਖਦਾ। ਉੱਥੋਂ ਕਿਸੇ ਹੋਰ ਸਵਾਰੀ 'ਚ ਮਿਆਮੀ ਚਲਿਆ ਜਾਵਾਂਗਾ। ਉਹ ਚੁੱਪ ਹੋ ਗਿਆ। ਕੁਝ ਚਿਰ ਮਗਰੋਂ ਨੇ ਕਿਹਾ, ਗਰਮੀਆਂ 'ਚ ਤੁਸੀਂ ਕਿਹਦੇ ਨਾਲ ਲੜੇ ਸੀ? ਮੈਂ ਕੁਝ ਨਾਂ ਗਿਣਾਏ। ਉਹਨੇ ਗੌਰ ਨਾਲ ਮੇਰੇ ਵੱਲ ਦੇਖ ਕੇ ਕਿਹਾ, ਕਿ ਸੱਚਮੁੱਚ ਇਹ ਲੋਕ ਤਾਂ ਬਹੁਤ ਚੰਗੇ ਮੁੱਕੇਬਾਜ਼ ਹਨ। ਮੈਂ ਦੱਸਿਆ ਕਿ ਅਸਲ 'ਚ ਮੇਰੇ ਮੈਨੇਜਰ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ। ਅੱਛਾ, ਤੂੰ ਐਂ ਕਰ, ਟੰਪੋ 'ਚ ਰੁਕ ਜਾ। ਮੈਂ ਅੱਜ ਰਾਤ ਤੇਰਾ ਮੁਕਾਬਲਾ ਬਿਲ ਟੇਰੀ ਨਾਲ ਕਰਾ ਸਕਦਾ। ਤੈਨੂੰ $300 ਮਿਹਨਤਾਨਾ ਮਿਲੇਗਾ। ਪੋਪ ਨੇ ਮੇਰੀ ਬੜੀ ਆਓ ਭਗਤ ਕੀਤੀ। ਜਦ ਮੇਰੀ ਅੱਖ ਖੁੱਲੀ ਤਾਂ ਰਾਤ ਸਿਰ ਉੱਤੇ ਆ ਚੁੱਕੀ ਸੀ। ਗਠੇ ਹੋਏ ਸਰੀਰ ਵਾਲਾ ਇੱਕ ਬੁੱਢਾ ਮੇਰੇ ਤੇ ਝੁਕਿਆ ਹੋਇਆ ਮਹਿਰਾਨਾ ਅੰਦਾਜ਼ ਵਿੱਚ ਮੇਰੀਆਂ ਲੱਤਾਂ ਦੀਆਂ ਮੱਛਲੀਆਂ ਟੋਹ ਰਿਹਾ ਸੀ। ਉਹਦੇ ਬਾਰੇ ਮੈਨੂੰ ਪੋਪ ਨੇ ਦੱਸਿਆ, ਤੂੰ ਇਹਦਾ ਨਾਮ ਸੁਣਿਆ ਹੋਏਗਾ, ਇਹ JD ਹੈ। ਹੁਣ ਇਹ ਵੀ ਟੈਕਸੀ ਚਲਾਉਂਦਾ ਹੈ। ਮੈਂ ਮੁਕਾਬਲੇ ਦੇ ਲਈ ਤਿਆਰ ਹੋਣ ਵਾਲੇ ਪੋਪ ਨੂੰ ਕਿਹਾ, ਬਿਲ ਟੇਰੀ ਦੇ ਬਾਰੇ ਕੁਝ ਸਾਲ ਪਹਿਲੇ ਸੁਣਿਆ ਸੀ। ਉਨੀ ਦਿਨੀ ਤਾਂ ਉਹ ਚੰਗਾ ਚੱਲ ਰਿਹਾ ਸੀ। ਹੁਣ ਕੀ ਹਾਲ ਹੈ ਉਹਦਾ? ਅੱਜ ਦੀ ਰਾਤ ਉਸ ਲਈ ਬਹੁਤ ਮਹੱਤਵਪੂਰਨ ਹੈ। ਜੇ ਉਹਨੇ ਇਹ ਮੁਕਾਬਲਾ ਨਾ ਜਿੱਤਿਆ ਤੇ ਫਿਰ ਕਿਤੇ ਦਾ ਨਹੀਂ ਰਹੇਗਾ। ਤੁਹਾਡਾ ਕੀ ਖਿਆਲ ਹੈ? ਜੇ ਉਹ ਸਹੀ ਕੋਸ਼ਿਸ਼ ਕਰੇ ਤਾਂ ਕੀ? ਬਿਲਕੁਲ, ਬੁੱਢੇ ਨੇ ਸਿਰ ਹਿਲਾਇਆ। ਜੇ ਉਹਨੇ ਮੇਰੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਦੇਸ਼ ਦਾ ਚੈਂਪੀਅਨ ਹੋ ਜਾਂਦਾ। ਡਰੈਸਿੰਗ ਰੂਮ ਦੇ ਆਲੇ ਦੁਆਲੇ ਇੱਕ ਸ਼ੋਰ ਪੈ ਗਿਆ। JD ਨੇ ਟਿੱਪਣੀ ਕੀਤੀ, ਸੈਮੀਫਾਈਨਲ ਖਤਮ ਹੋ ਗਿਆ। ਪੋਪ ਨੇ ਮੇਰੀ ਗਰਦਨ 'ਚ ਆਪਣੀ ਬਾਂਹ ਪਾ ਦਿੱਤੀ। ਇਹ ਮੁੰਡਾ ਹੈ ਜਿਹਦਾ ਬਿਲ ਟੇਰੀ ਨਾਲ ਮੁਕਾਬਲਾ ਹੋਣ ਵਾਲਾ ਹੈ। ਚੰਗਾ ਮੁੱਕੇਬਾਜ਼ ਹੈ। ਉਹ ਮਾਰ ਜ਼ੋਰਦਾਰ ਹੁੰਦੀ ਹੈ, ਪਰ ਇਸ 'ਚ ਹਿੰਮਤ ਤੇ ਹੌਸਲੇ ਦੀ ਘਾਟ ਹੈ। ਘੰਟੀ ਵੱਜੀ। ਮੈਂ ਖੇਡ ਦੇ ਮੈਦਾਨ 'ਚ ਤੇਜ਼ੀ ਨਾਲ ਘੁੰਮਿਆ। ਬਿਲ ਟੇਰੀ ਪੂਰੀ ਇਕਾਗਰਤਾ ਨਾਲ ਮੇਰੇ ਉੱਤੇ ਹਮਲਾਵਰ ਹੋਇਆ। ਮੈਂ ਉਹਦੀਆਂ ਮਾਰਾਂ ਤੋਂ ਬਚਣ ਲਈ ਆਪਣੇ ਦੋਨੋਂ ਹੱਥਾਂ ਦੀ ਆੜ ਲੈ ਲਈ ਤੇ ਚੱਕਰ 'ਚ ਨੱਚਣ ਲੱਗਿਆ। ਅਚਾਨਕ ਮੈਨੂੰ ਆਪਣੇ ਕੰਨ ਤੇ ਥੋੜ੍ਹੀ ਉੱਪਰ ਇੱਕ ਤੇਜ਼ ਮਾਰ ਦਾ ਅਹਿਸਾਸ ਹੋਇਆ। ਉਹਦਾ ਇੱਕ ਭਰਪੂਰ ਮੁੱਕਾ ਮੇਰੀ ਕੰਨਪਟੀ ਨਾਲ ਟਕਰਾਇਆ ਸੀ। ਮੈਂ ਲੜਖੜਾ ਕੇ ਰੱਸੀਆਂ ਨਾਲ ਜਾ ਲੱਗਿਆ। ਫਿਰ ਤਾਂ ਬਿਲ ਟੇਰੀ ਨੇ ਜਿਵੇਂ ਮੁੱਕਿਆਂ ਦਾ ਮੀਂਹ ਵਰਸਾਤਾ। ਮੈਂ ਉਹਨੂੰ ਦੋਨਾਂ ਹੱਥਾਂ ਨਾਲ ਰੋਕਣ ਦੀ ਜ਼ਬਰਦਸਤ ਕੋਸ਼ਿਸ਼ ਕੀਤੀ। ਉਹਨੇ ਮੇਰੇ ਗੁਰਦੇ ਉੱਤੇ ਇੱਕ ਜ਼ੋਰਦਾਰ ਮੁੱਕਾ ਜੜ ਦਿੱਤਾ। ਮੈਂ ਦਰਦ ਸਹਿੰਦੇ ਹੋਏ ਰੱਸੀ ਫੜ ਲਈ, ਪਰ ਝੂਲ ਕੇ ਰਹਿ ਗਿਆ। ਦੂਸਰੇ ਰਾਊਂਡ 'ਚ ਅਸੀਂ ਦੋਵੇਂ ਇੱਕ ਦੂਜੇ ਨੂੰ ਤੋਲਦੇ ਰਹੇ। ਉਹ ਮੇਰੀਆਂ ਰੱਖਿਅਕ ਜੁਗਤਾਂ 'ਚੋਂ ਕੋਈ ਘਾਟ ਲੱਭ ਰਿਹਾ ਸੀ। ਮੇਰੀ ਨਜ਼ਰ ਵੀ ਉਹਦੀ ਕਿਸੇ ਕਮਜ਼ੋਰੀ ਦੇ ਸੁਰਾਖ ਉੱਤੇ ਸੀ। ਸਾਡੇ ਵੱਲੋਂ ਇਸ ਆਲਸ ਉੱਤੇ ਇਕੱਠ ਬੇਇੱਜ਼ਤੀ ਭਰਪੂਰ ਨਾਅਰੇ ਲਾਉਣ ਲੱਗ ਪਿਆ। ਬਿਲ ਟੇਰੀ ਇੱਕਦਮ ਮੇਰੇ ਉੱਤੇ ਟੁੱਟ ਪਿਆ। ਲੜਦਾ ਕਿਉਂ ਨਹੀਂ, ਕਾਇਰ। ਮੈਂ ਉਹਨੂੰ ਦੇਖਦਾ ਹੀ ਰਹਿ ਗਿਆ। ਫਿਰ ਮੈਂ ਉਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਪੂਰੀ ਤਾਕਤ ਨਾਲ ਪਰੇ ਧੱਕ ਦਿੱਤਾ। ਉਹ ਲੜਖੜਾਉਂਦਾ ਹੋਇਆ ਦੂਜੇ ਪਾਸੇ ਦੀ ਰੱਸੀ ਉੱਤੇ ਜਾ ਡਿੱਗਿਆ। ਮੈਂ ਉਹਨੂੰ ਕੋਈ ਮੋਹਲਤ ਨਹੀਂ ਦਿੱਤੀ। ਉਸ ਉੱਤੇ ਝਪਟਿਆ, ਪਰ ਦੂਜੇ ਪਲ ਮੈਨੂੰ ਇਉਂ ਲੱਗਿਆ ਕਿ ਮੈਂ ਧਰਤੀ ਉੱਤੇ ਡਿੱਗਿਆ ਹੋਇਆ। ਰੈਫਰੀ ਮੇਰੇ ਸਿਰ ਉੱਤੇ ਖੜਾ ਨਿਰੰਤਰ ਗਿਣਤੀ ਗਿਣ ਰਿਹਾ ਸੀ। 7, ਮੈਂ ਇੱਕ ਗੋਡੇ ਦੇ ਭਾਰ ਦੇ ਕੇ ਉੱਠਣਾ ਚਾਹਿਆ। 8, ਮੈਂ ਅੱਧਾ ਉੱਠ ਗਿਆ। 9, ਮੈਂ ਸਿੱਧਾ ਖੜਾ ਹੋ ਗਿਆ। ਮੈਂ ਮਹਿਸੂਸ ਕੀਤਾ ਕਿ ਮੇਰੇ ਮੂੰਹ 'ਚੋਂ ਖੂਨ ਉਬਲ ਰਿਹਾ ਹੈ। ਮੇਰਾ ਕੋਈ ਦੰਦ ਹਿੱਲ ਗਿਆ। ਮੇਰੇ ਉੱਠਦੇ ਹੀ ਬਿਲ ਟੇਰੀ ਨੇ ਆਖਰੀ ਚੋਟ ਲਾਉਣ ਲਈ ਪੈਰ ਵਧਾਏ। ਮੈਂ ਉਹਨੂੰ ਵਿਚਾਲੇ ਰੋਕ ਲਿਆ ਤੇ ਦਬਾਉਂਦਾ ਹੋਇਆ ਖੂੰਜੇ 'ਚ ਲੈ ਗਿਆ। ਖੂੰਜੇ ਤੱਕ ਪਹੁੰਚ ਕੇ ਉਹ ਰੱਸੀਆਂ ਦਾ ਸਹਾਰਾ ਲੈਣ ਲਈ ਮਜਬੂਰ ਹੋ ਗਿਆ। ਮੈਂ ਆਪਣਾ 220 ਪੌਂਡ ਦਾ ਸਰੀਰ ਉਸ ਉੱਤੇ ਰੱਖ ਦਿੱਤਾ ਤੇ ਲਗਾਤਾਰ ਦਬਾਅ ਪਾਉਣ ਲੱਗਿਆ। ਰੈਫਰੀ ਸਾਨੂੰ ਅੱਡ ਕਰਨ ਲਈ ਵਿਚਾਲੇ ਆ ਗਿਆ। ਮੈਂ ਹਟਦੇ ਵੀ ਉਹਦੇ ਸੱਜੇ ਜਬਾੜੇ ਉੱਤੇ ਪੂਰੇ ਜ਼ੋਰ ਨਾਲ ਮੁੱਕਾ ਮਾਰਿਆ। ਜਿਵੇਂ ਮੈਂ ਰੱਸੀਆਂ ਪਾਰ ਕੀਤੀਆਂ, ਪੋਪ ਤੇਜ਼ੀ ਨਾਲ ਰਿੰਗ 'ਚ ਦਾਖਲ ਹੋਇਆ ਤੇ ਬਿਲ ਟੇਰੀ ਨੂੰ ਜੱਫੀ ਪਾ ਕੇ ਖੂੰਜੇ 'ਚ ਖਿੱਚਣ ਲੱਗਾ। ਪੋਪ ਤੇ ਮੈਂ ਇੱਕ ਹੋਟਲ 'ਚ ਗਏ। ਉਹਨੇ ਮੈਨੂੰ ਇੱਕ ਗੁੱਥੀ ਦਿੱਤੀ। ਮੈਂ ਮਹਿਸੂਸ ਕੀਤਾ ਕਿ ਬੇਹੱਦ ਥੱਕਿਆ ਹੋਇਆ। ਮੈਂ ਗੁੱਥੀ ਲੈ ਕੇ ਨੋਟ ਗਿਣੇ। ਪੂਰੇ $300 ਸਨ। ਮੈਂ $75 ਕੱਢ ਕੇ ਉਹਦੇ ਵੱਲ ਵਧਾਏ। ਮਿਸਟਰ ਪੋਪ, ਇਹ 25% ਤੁਹਾਡੇ ਨੇ। ਅੱਜ ਕੱਲ੍ਹ ਏਜੰਟਾਂ ਨੂੰ ਇਹ ਕਮਿਸ਼ਨ ਦਿੱਤਾ ਜਾ ਰਿਹਾ। ਤੁਸੀਂ ਮੈਨੂੰ ਆਪਣਾ ਏਜੰਟ ਨਾ ਸਮਝੋ। ਮੈਂ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੈਂ ਸਾਫ਼ ਸੁਥਰੀ ਮੁੱਕੇਬਾਜ਼ੀ ਪੇਸ਼ ਨਹੀਂ ਕਰ ਸਕਿਆ। ਤੁਸੀਂ ਤਾਂ ਦੇਖਿਆ ਹੀ ਸੀ ਉਹਨੇ ਮੇਰੇ ਕਿੱਥੇ ਚੋਟਾਂ ਮਾਰੀਆਂ। ਹਾਂ, ਪੋਪ ਨੇ ਉਦਾਸੀ 'ਚ ਸਿਰ ਹਿਲਾਇਆ। ਕੀ ਤੈਨੂੰ ਯਕੀਨ ਹੈ ਕਿ ਤੂੰ ਇਸ ਸਾਲ ਗ੍ਰੈਜੂਏਸ਼ਨ ਕਰ ਲਏਂਗਾ? ਜੀ ਹਾਂ, ਉਮੀਦ ਤਾਂ ਹੈ। ਠੀਕ ਹੈ, ਤੁਸੀਂ ਗ੍ਰੈਜੂਏਟ ਹੋ ਜਾਓ ਤਾਂ ਆਪਣੀ ਜ਼ਿੰਦਗੀ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨਾ। ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਨ। ਉਸ ਵਕਤ JD ਭੱਜਦਾ ਹੋਇਆ ਮੇਰੇ ਕੋਲ ਆਇਆ। ਛੇਤੀ ਚਲੋ, ਬੋਲਿਆ, ਅਜੇ ਵਕਤ ਹੈ। ਗੇਨਜ਼ਵਿਲ ਦੀ ਬੱਸ ਅਜੇ ਮਿਲ ਸਕਦੀ ਹੈ। ਪੋਪ ਉੱਥੇ ਹੀ ਖੜਾ ਰਿਹਾ। ਉਹਨੇ ਕਿਹਾ, ਦੋਸਤ, ਮੈਨੂੰ ਨਾਲ ਲੈ ਚੱਲੋ। ਮੈਂ ਬਿਲਕੁਲ ਖਤਮ ਹੋ ਚੁੱਕਿਆ। ਉਸ ਠੰਡਾ ਸਾਹ ਲਿਆ। ਬੱਸ ਸਟੈਂਡ ਉੱਤੇ JD ਨੇ ਵਿਦਾਈ ਹੱਥ ਲਾਉਂਦੇ ਹੋਏ ਮੈਨੂੰ ਕਿਹਾ, ਤੁਸੀਂ ਨਿਸ਼ਚਿੰਤ ਰਹੋ, ਪੋਪ ਛੇਤੀ ਤੁਹਾਨੂੰ ਬੁਲਾਏਗਾ। ਮੈਂ ਉਹਨੂੰ ਦੱਸਿਆ ਇਹ ਮੁਕਾਬਲਾ ਕਿਸੇ ਤਰ੍ਹਾਂ ਵੀ ਸੌਖਾ ਨਹੀਂ ਸੀ।
ਪਰ ਇੱਕ ਗੱਲ ਜ਼ਰੂਰ ਹੈ, ਇਸ ਤੋਂ ਪਹਿਲਾਂ ਇੰਨੀ ਛੇਤੀ ਮੈਨੂੰ $300 ਕਦੇ ਨਹੀਂ ਮਿਲੇ ਸੀ। ਜੇਡੀ ਦੀਆਂ ਗੋਲ-ਗੋਲ ਅੱਖਾਂ ਸੁੰਗੜ ਗਈਆਂ। ਇਹ ਤੁਸੀਂ ਕੀ ਕਹਿ ਰਹੇ ਹੋ? ਪ੍ਰਬੰਧਕਾਂ ਨੇ ਤਾਂ ਮੇਰੇ ਸਾਹਮਣੇ ਪੋਪ ਨੂੰ ਤੇਰੇ ਲਈ $130 ਦਿੱਤੇ ਸੀ। ਦੂਜੇ ਦਿਨ ਮੈਂ ਪੋਪ ਨੂੰ ਖਤ ਲਿਖ ਕੇ ਪੁੱਛਿਆ ਕਿ ਜਦੋਂ ਪ੍ਰਬੰਧਕਾਂ ਨੇ ਮੇਰਾ ਮਿਹਨਤਾਨਾ $130 ਰੱਖਿਆ ਸੀ ਤਾਂ ਉਹਨੇ ਬਾਕੀ $170 ਕਿੱਥੋਂ ਦਿੱਤੇ ਤੇ ਕਿਉਂ ਦਿੱਤੇ? ਮੈਨੂੰ ਉਹਦੇ ਨਿਵਾਸ ਸਥਾਨ ਦਾ ਪਤਾ ਨਹੀਂ ਸੀ, ਇਸ ਲਈ ਮੈਂ ਇਹ ਪੱਤਰ ਬਾਕਸਿੰਗ ਫੈਡਰੇਸ਼ਨ ਦੇ ਪਤੇ 'ਤੇ ਭੇਜਿਆ। ਖਤ ਦਾ ਉੱਤਰ ਨਹੀਂ ਆਇਆ। 2 ਮਹੀਨਿਆਂ ਮਗਰੋਂ ਮੈਨੂੰ ਜੇਡੀ ਦੀ ਤਾਰ ਮਿਲੀ। ਟੰਪਾਂ ਵਿੱਚ ਇੱਕ ਮੁਕਾਬਲਾ ਹੋ ਰਿਹਾ ਸੀ। ਉਹਨੇ ਮੈਨੂੰ ਮੁਕਾਬਲੇ 'ਚ ਭਾਗ ਲੈਣ ਲਈ ਸੱਦਾ ਦਿੱਤਾ ਸੀ। ਜੇਡੀ ਨੇ ਬੱਸ ਸਟਾਪ ਉੱਤੇ ਮੇਰਾ ਸਵਾਗਤ ਕੀਤਾ ਤੇ ਉੱਥੋਂ ਮੈਨੂੰ ਟੈਕਸੀ 'ਚ ਲੈ ਗਿਆ। ਰਾਹ 'ਚ ਮੈਂ ਉਸ ਤੋਂ ਪੁੱਛਿਆ, ਪੋਪ ਦਾ ਕੀ ਹਾਲ ਹੈ? ਜੇਡੀ ਨੇ ਸ਼ੀਸ਼ੇ 'ਚ ਮੈਨੂੰ ਘੂਰ ਕੇ ਕਿਹਾ, ਤੈਨੂੰ ਨਹੀਂ ਪਤਾ ਉਹ ਸੁਰਗਵਾਸ ਹੋ ਚੁੱਕਿਆ। ਮੈਨੂੰ ਇਉਂ ਲੱਗਿਆ ਜਿਵੇਂ ਅਚਾਨਕ ਮੇਰੀ ਕੋਈ ਮਿਆਰੀ ਚੀਜ਼ ਖੋ ਗਈ ਹੋਵੇ। ਮੈਂ ਦੁਖੀ ਹੋ ਕੇ ਪੁੱਛਿਆ, ਇਹ ਦੁਰਘਟਨਾ ਕਦ ਹੋਈ? ਜਿਸ ਦਿਨ ਅਸੀਂ ਵਿਦਾ ਹੋਏ ਸੀ ਉਹਦੇ ਦੂਜੇ ਦਿਨ ਹੀ ਉਹਦੀ ਲਾਸ਼ ਮਕਾਨ ਮਾਲਕ ਨੇ ਦੇਖੀ ਸੀ। ਮੈਂ ਚੁੱਪ ਰਿਹਾ। ਖਾਸੇ ਚਿਰ ਮਗਰੋਂ ਮੈਂ ਪੁੱਛਿਆ, ਉਹਦੇ ਬੀਵੀ ਬੱਚੇ ਵੀ ਹਨ? ਬੀਵੀ ਤਾਂ ਜਵਾਨੀ 'ਚ ਹੀ ਨਹੀਂ ਰਹੀ, ਉਹ ਇੱਕ ਮੁੰਡਾ ਹੈ। ਕਿਹੜਾ ਮੁੰਡਾ? ਮੈਂ ਪੁੱਛਿਆ। ਜੇਡੀ ਨੇ ਮੈਨੂੰ ਅਤ ਹੈਰਾਨੀ ਨਾਲ ਦੇਖਿਆ। ਇੱਕ ਅਜੀਬ ਪ੍ਰਭਾਵ ਉੱਭਰ ਆਇਆ। ਕੀ ਤੂੰ ਸੱਚਮੁੱਚ ਨਹੀਂ ਜਾਣਦਾ? ਉਹਨੇ ਕਿਹਾ, ਬਿਲ ਟੇਰੀ ਪੋਪ ਦਾ ਹੀ ਤਾਂ ਬੇਟਾ ਸੀ। ਧੰਨਵਾਦ। ਅਗਲੀ ਪਾਕਿਸਤਾਨੀ ਕਹਾਣੀ ਹੈ ਸਭ ਤੋਂ ਵੱਡਾ ਪਹਿਲਵਾਨ। ਲੇਖਕ ਨਿਆਜ਼ ਕੁਰੈਸ਼ੀ। ਇਹ ਕਹਾਣੀ ਉਦੋਂ ਦੀ ਹੈ ਜਦੋਂ ਹਿੰਦੁਸਤਾਨ ਉੱਤੇ ਅੰਗਰੇਜ਼ਾਂ ਦੀ ਹਕੂਮਤ ਸੀ। ਦਿੱਲੀ ਵਿੱਚ ਕੁਸ਼ਤੀ ਦੇ ਕੁਝ ਸ਼ੌਕੀਨਾਂ ਨੇ ਇੱਕ ਸਰਵ ਭਾਰਤੀ ਕੁਸ਼ਤੀ ਮੁਕਾਬਲੇ ਦਾ ਪ੍ਰਬੰਧ ਕੀਤਾ। ਚੈਂਪੀਅਨ ਪਹਿਲਵਾਨ ਨੂੰ $25,000 ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਇਹ ਰਕਮ ਅੱਜ ਦੇ ਲੱਖਾਂ ਰੁਪਏ ਦੇ ਬਰਾਬਰ ਹੁੰਦੀ ਹੈ। ਹਿੰਦੁਸਤਾਨ 'ਚ ਉਹਨੇ ਦਿਨੀਂ ਦਰਜਨਾਂ ਚੰਗੇ ਪਹਿਲਵਾਨ ਸੀ ਜਿਹੜੇ ਕਈ ਕੁਸ਼ਤੀ ਮੁਕਾਬਲਿਆਂ 'ਚ ਭਾਗ ਲੈ ਕੇ ਸ਼ੋਹਰਤ ਕਮਾ ਚੁੱਕੇ ਸੀ। ਫਿਰ ਵੀ ਸਾਰਿਆਂ ਦਾ ਇਹੀ ਖਿਆਲ ਸੀ ਕਿ $25,000 ਦਾ ਇਨਾਮ ਕਾਲੂ ਖਾਂ ਨੂੰ ਮਿਲੇਗਾ, ਕਿਉਂਕਿ ਉਨੀ ਦਿਨੀਂ ਉਹ ਪੂਰੀ ਫਾਰਮ ਵਿੱਚ ਸੀ। ਪਿਛਲੇ 1 ਸਾਲ ਤੋਂ ਮੁਲਕ ਦੇ ਵੱਡੇ ਤੋਂ ਵੱਡੇ ਪਹਿਲਵਾਨ ਨੂੰ ਚਿੱਤ ਕਰਕੇ ਦਿਖਾ ਚੁੱਕਿਆ ਸੀ। ਕਾਲੂ ਖਾਂ ਦਾ ਗॉडਫਾਦਰ ਸੀ ਪੰਜਾਬ ਦੀ ਇੱਕ ਰਿਆਸਤ ਦਾ ਮਹਾਰਾਜ, ਜਿਹਦੀ ਛਤਰ ਛਾਇਆ ਹੇਠ ਰਹਿ ਕੇ ਉਹ ਹਰ ਰੋਜ਼ ਕੁਸ਼ਤੀ ਦਾ ਅਭਿਆਸ ਕਰਿਆ ਕਰਦਾ ਸੀ। ਉਹਦਾ ਗਠਿਆ ਹੋਇਆ ਫੌਲਾਦੀ ਸਰੀਰ ਦੇਖਣ ਵਾਲਾ ਸੀ। ਉਹਦੀ ਛਾਤੀ 54 ਇੰਚ ਦੀ, ਬਾਹਾਂ 20 ਇੰਚ ਦੀਆਂ। ਉਹਦੀ ਖੁਰਾਕ ਵੀ ਉਹਦੇ ਜਿਸਮ ਦੀ ਤਰ੍ਹਾਂ ਪਹਾੜ ਜਿਹੀ ਸੀ। ਉਹ ਹਰ ਰੋਜ਼ 25 ਸੇਰ ਦੁੱਧ, ਅੱਧਾ ਸੇਰ ਮੱਖਣ, 2 ਸੇਰ ਬਦਾਮ ਤੇ 5 ਸੇਰ ਫਲ ਲੈਂਦਾ ਸੀ। ਰਿਆਜ਼ ਦੇ ਤੌਰ ਤੇ 4000 ਡੰਡ ਬੈਠਕਾਂ ਕੱਢਦਾ, 10 ਸੇਰ ਦੀ ਕਹੀ ਨਾਲ ਅਖਾੜਾ ਪੁੱਟਦਾ ਸੀ। ਮੁਕਾਬਲੇ ਦੇ ਬਾਰੇ ਸੁਣ ਕੇ ਮਹਾਰਾਜ ਨੇ ਕਾਲੂ ਖਾਂ ਨੂੰ ਆਪਣੇ ਇੱਕ ADC ਦੇ ਨਾਲ ਦਿੱਲੀ ਲਈ ਤੋਰ ਦਿੱਤਾ। ADC ਨੂੰ ਖਾਸ ਹਦਾਇਤ ਸੀ ਕਿ ਰਾਹ 'ਚ ਤੇ ਦਿੱਲੀ ਵਿੱਚ ਕਿਸੇ ਵੀ ਕਿਸਮ ਦੀ ਕਾਲੂ ਖਾਂ ਨੂੰ ਤਕਲੀਫ ਨਾ ਹੋਵੇ। ਕਾਲੂ ਖਾਂ ADC ਦੇ ਨਾਲ ਦਿੱਲੀ ਦੇ ਲਈ ਚੱਲ ਪਿਆ। ਪੰਜਾਬ ਤੇ ਦਿੱਲੀ ਦੀ ਹੱਦ ਨੇੜੇ ਇੱਕ ਛੋਟੀ ਜਿਹੀ ਰਿਆਸਤ ਸੀ। ਕਾਰ ਜਦ ਰਿਆਸਤ 'ਚ ਦਾਖਲ ਹੋਈ ਤਾਂ ਕਾਲੂ ਖਾਂ ਨੇ ਕਾਰ ਰੁਕਵਾ ਲਈ, ਕਿਉਂਕਿ ਉਹਨੂੰ ਇਸ ਰਿਆਸਤ ਦੀ ਇੱਕ ਦੁਕਾਨ ਦੀ ਲੱਸੀ ਬਹੁਤ ਪਸੰਦ ਸੀ। ਕਾਰ ਦੇ ਦੁਕਾਨ ਦੇ ਬਾਹਰ ਆ ਕੇ ਰੁਕਦੇ ਕਾਲੂ ਖਾਂ ਕਾਰ ਤੋਂ ਬਾਹਰ ਆ ਕੇ ਤੇ ਲੱਸੀ ਦੇ ਅੱਧਾ ਦਰਜਨ ਵੱਡੇ ਗਲਾਸਾਂ ਦਾ ਆਰਡਰ ਦੇ ਕੇ ਦੁਕਾਨ ਦੇ ਬਾਹਰ ਰੱਖੇ ਇੱਕ ਮੂਹਰੇ ਤੇ ਬੈਠ ਗਿਆ। ਗੱਲਾਂ 'ਚ ਉਹਨੇ ਦੁਕਾਨ ਤੋਂ ਰਿਆਸਤ ਦੇ ਰਾਜੇ ਦਾ ਨਾਮ ਪੁੱਛਿਆ। ਨਾਮ ਪਤਾ ਚੱਲਣ ਉੱਤੇ ਉਸ ਰਾਜੇ ਦਾ ਹਾਸਾ ਉਡਾਉਣ ਲੱਗਿਆ ਤੇ ਆਪਣੀ ਰਿਆਸਤ ਦੇ ਰਾਜੇ ਦੀ ਤਾਰੀਫ ਕਰਨ ਲੱਗ ਪਿਆ। ਦੁਕਾਨਦਾਰ ਨੂੰ ਆਪਣੇ ਮਹਾਰਾਜ ਦਾ ਮਖੌਲ ਉਡਦਾ ਸੁਣ ਕੇ ਬੁਰਾ ਤਾਂ ਲੱਗਿਆ, ਪਰ ਉਹਦੀ ਹਿੰਮਤ ਨਾ ਹੋਈ ਕਿ ਮੁਲਕ ਦੇ ਸਭ ਤੋਂ ਵੱਡੇ ਪਹਿਲਵਾਨ ਕਾਲੂ ਖਾਂ ਨੂੰ ਚੁਣੌਤੀ ਦੇਵੇ। ਪਰ ਉਹਦੇ ਨਾਲ ਬੈਠੇ ਇੱਕ ਆਦਮੀ ਤੋਂ ਨਹੀਂ ਰਿਹਾ ਗਿਆ। ਉਹਨੇ ਬੜੀ ਖਾਮੋਸ਼ੀ ਤੇ ਸੰਜੀਦਗੀ ਨਾਲ ਕਾਲੂ ਖਾਂ ਨੂੰ ਯਾਦ ਦਿਵਾਇਆ ਕਿ ਇਸ ਵਕਤ ਨਾ ਉਹ ਆਪਣੀ ਰਿਆਸਤ ਵਿੱਚ ਹੈ ਤੇ ਨਾ ਹੀ ਅੰਗਰੇਜ਼ਾਂ ਦੇ ਕਿਸੇ ਇਲਾਕੇ 'ਚ, ਤੇ ਉਹ ਭਾਵੇਂ ਕਿੰਨਾ ਵੀ ਵੱਡਾ ਤੇ ਨਾਮੀ ਪਹਿਲਵਾਨ ਕਿਉਂ ਨਾ ਹੋਵੇ, ਉਹਨੂੰ ਇਸ ਰਿਆਸਤ ਦੀ ਧਰਤੀ ਉੱਤੇ ਖੜੋ ਕੇ ਉਹਦੇ ਰਾਜੇ ਦਾ ਮਖੌਲ ਉਡਾਉਣ ਦਾ ਕੋਈ ਅਧਿਕਾਰ ਨਹੀਂ ਸੀ। ਕਾਲੂ ਖਾਂ ਉਸ ਆਦਮੀ ਦੀ ਗੱਲ ਸੁਣ ਕੇ ਜ਼ੋਰ ਦੀ ਹੱਸਿਆ। ਫਿਰ ਉਸ ਆਦਮੀ ਤੇ ਰਿਆਸਤ ਦੇ ਰਾਜੇ ਨੂੰ ਇੱਕ ਗੰਦੀ ਗਾਲ ਦੇ ਦਿੱਤੀ। ਗਾਲ ਸੁਣਦੇ ਉਸ ਆਦਮੀ ਨੇ ਕਾਲੂ ਖਾਂ ਦਾ ਹੱਥ ਫੜ ਕੇ ਉਹਨੂੰ ਹੱਥਕੜੀ ਲਾ ਦਿੱਤੀ। ਫਿਰ ਉਹਨੇ ਦੁਕਾਨ ਦੇ ਬਾਹਰ ਬੈਠੇ 2 ਸਿਪਾਹੀਆਂ ਨੂੰ ਕਾਲੂ ਖਾਂ ਨੂੰ ਜੇਲ੍ਹ ਵਿੱਚ ਲੈ ਜਾਣ ਦਾ ਹੁਕਮ ਦਿੱਤਾ। ਕਾਲੂ ਖਾਂ ਨੇ ਉਸ ਆਦਮੀ ਤੋਂ ਆਪਣਾ ਹੱਥ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਆਦਮੀ ਨੇ, ਜੋ ਉਮਰ 'ਚ ਕਾਲੂ ਖਾਂ ਤੋਂ ਦੁੱਗਣਾ ਸੀ ਤੇ ਸਰੀਰ 'ਚ ਅੱਧਾ ਸੀ, ਉਹਦਾ ਹੱਥ ਆਪਣੀ ਜਕੜ ਤੋਂ ਮੁਕਤ ਨਹੀਂ ਹੋਣ ਦਿੱਤਾ। ਉਹ ਕਾਲੂ ਖਾਂ ਨੂੰ ਖਿੱਚਦਾ ਹੋਇਆ ਥਾਣੇ ਵੱਲ ਲੈ ਗਿਆ।
ਏਡੀਸੀ ਨੇ ਉਸ ਆਦਮੀ ਤੋਂ ਪੁੱਛਿਆ, ਜਾਣਦਾ ਹੈ ਜਿਸ ਆਦਮੀ ਦੇ ਹੱਥਾਂ ਨੂੰ ਹੱਥਕੜੀ ਲਾਉਣ ਦੀ ਜੁਰਤ ਤੂੰ ਕੀਤੀ ਹੈ, ਉਹ ਕੌਣ ਹੈ? ਇਹ ਕੋਈ ਵੀ ਹੋਵੇ, ਪਰ ਰਿਆਸਤ ਦਾ ਦਰੋਗਾ ਹੋਣ ਦੇ ਨਾਤੇ ਮੈਨੂੰ ਇਸ ਗੁਨਾਹਗਾਰ ਨੂੰ ਫੜਨ ਦਾ ਪੂਰਾ ਹੱਕ ਹੈ। ਜਾਣਦਾ ਹੈ ਇਹਦਾ ਨਤੀਜਾ ਕੀ ਹੋਏਗਾ? ਕੀ ਤੁਸੀਂ ਮੈਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਏਡੀਸੀ ਨੂੰ ਪਤਾ ਲੱਗ ਗਿਆ ਕਿ ਇਸ ਆਦਮੀ ਨੂੰ ਡਰਾਉਣ ਧਮਕਾਉਣ ਨਾਲ ਕੋਈ ਫਾਇਦਾ ਨਹੀਂ ਹੋਏਗਾ। ਉਹਨੇ ਖੁਸ਼ਾਮਦ ਕਰਦੇ ਹੋਏ ਕਿਹਾ, ਮਾਫ਼ ਕਰਨਾ ਦਰੋਗਾ ਸਾਹਿਬ, ਕਾਲੂ ਖਾਂ ਤੋਂ ਵਾਕਈ ਬੜੀ ਭਾਰੀ ਗਲਤੀ ਹੋ ਗਈ ਹੈ, ਪਰ ਮਿਹਰਬਾਨੀ ਕਰਕੇ ਹੁਣ ਇਹਨੂੰ ਛੱਡ ਦਿਓ। ਇਹਨੇ ਦਿੱਲੀ ਜਾ ਕੇ ਇੱਕ ਕੁਸ਼ਤੀ ਮੁਕਾਬਲੇ 'ਚ ਭਾਗ ਲੈਣਾ ਹੈ। ਇਹਨੂੰ ਛੱਡਣ ਦਾ ਕੰਮ ਮੇਰਾ ਨਹੀਂ, ਅਦਾਲਤ ਦਾ ਹੈ। ਇਹ ਤੁਸੀਂ ਕੀ ਗਜ਼ਬ ਕਰ ਰਹੇ ਹੋ ਦਰੋਗਾ ਸਾਹਿਬ? ਇੱਕ ਮਾਮੂਲੀ ਜਿਹੇ ਜੁਰਮ ਦੇ ਲਈ ਤੁਸੀਂ ਹਿੰਦੁਸਤਾਨ ਦੇ ਸਭ ਤੋਂ ਵੱਡੇ ਭਲਵਾਨ ਨੂੰ 25,000 ਰੁਪਏ ਦਾ ਇਨਾਮ ਜਿੱਤਣ ਤੋਂ ਨਹੀਂ ਰੋਕ ਸਕਦੇ। ਦਰੋਗਾ ਨੇ ਹੈਰਾਨੀ ਨਾਲ ਏਡੀਸੀ ਵੱਲ ਦੇਖਿਆ, ਫਿਰ ਧਰਤੀ ਉੱਤੇ ਝੁਕਦੇ ਹੋਏ ਕਿਹਾ, ਇਹ ਜੁਰਮ ਤੁਹਾਡੀ ਨਜ਼ਰ 'ਚ ਮਾਮੂਲੀ ਹੋ ਸਕਦਾ, ਪਰ ਮੇਰੀ ਨਜ਼ਰ 'ਚ ਇੱਕ ਭਾਰੀ ਜੁਰਮ ਹੈ। ਤੁਹਾਡੀ ਰਿਆਸਤ ਦੇ ਅੰਗਰੇਜ਼ ਏਜੰਟ ਨੂੰ ਜਦ ਇਸ ਘਟਨਾ ਦਾ ਪਤਾ ਲੱਗੇਗਾ ਤਾਂ ਜ਼ਰੂਰ ਤੁਹਾਡੇ ਨਾਲ ਨਾਰਾਜ਼ ਹੋਣਗੇ। ਮੈਂ ਯਕੀਨ ਨਾਲ ਕਹਿ ਸਕਦਾ, ਮੈਂ ਇੰਨੀ ਅੱਗੇ ਦੀ ਨਹੀਂ ਸੋਚਦਾ, ਸੋਚਣ ਦੀ ਜ਼ਰੂਰਤ ਵੀ ਨਹੀਂ ਹੈ। ਇਸ ਲਈ ਨਹੀਂ ਕਿ ਮੈਂ ਕੋਈ ਗਲਤ ਕੰਮ ਕਰ ਰਿਹਾ, ਗੁਨਾਹਗਾਰ ਨੂੰ ਗ੍ਰਿਫਤਾਰ ਕਰਨਾ ਮੇਰਾ ਫਰਜ਼ ਹੈ। ਦੂਸਰਾ ਭਾਗ। ਏਡੀਸੀ ਨੇ ਫੌਰਨ ਆਪਣੇ ਮਹਾਰਾਜ ਨੂੰ ਫੋਨ ਕੀਤਾ। ਮਹਾਰਾਜ ਨੇ ਫੌਰਨ ਅੰਗਰੇਜ਼ ਏਜੰਟ ਨੇ ਉਸ ਰਿਆਸਤ ਦੇ ਰਾਜੇ ਨੇ ਫੌਰਨ ਦਰੋਗੇ ਨੂੰ ਬੁਲਾ ਲਿਆ। ਰਾਜੇ ਦੇ ਪੁੱਛਣ ਉੱਤੇ ਕਿ ਮਾਮਲਾ ਕੀ ਹੈ, ਦਰੋਗੇ ਨੇ ਸਿਰ ਝੁਕਾ ਕੇ ਅਰਜ਼ ਕੀਤੀ, ਗੁਸਤਾਖੀ ਦੀ ਮਾਫੀ ਚਾਹੁੰਦਾ ਅੰਦਾਤਾ, ਮੈਨੂੰ ਨਹੀਂ ਪਤਾ ਕਿ ਦੋਵੇਂ ਆਦਮੀ, ਇਹ ਪਹਿਲਵਾਨ ਤੇ ਇਹਦਾ ਹਮਾਇਤੀ ਕੌਣ ਹਨ। ਮੈਂ ਤਾਂ ਸਿਰਫ ਇਹ ਜਾਣਦਾ ਹਾਂ ਕਿ ਮੁਜਰਮ ਪਹਿਲਵਾਨ ਨੇ ਬਿਨਾਂ ਕਿਸੇ ਕਾਰਨ ਆਪ ਦਾ ਮਜ਼ਾਕ ਉਡਾ ਕੇ ਤੇ ਆਪ ਨੂੰ ਗਾਲ ਦੇ ਕੇ ਇੱਕ ਸੰਗੀਨ ਜੁਰਮ ਕੀਤਾ ਹੈ, ਉਹ ਵੀ ਮੇਰੀਆਂ ਅੱਖਾਂ ਦੇ ਸਾਹਮਣੇ। ਇਸ ਕਰਕੇ ਮੈਨੂੰ ਮੁਜਰਮ ਨੂੰ ਗ੍ਰਿਫਤਾਰ ਕਰਨਾ ਪਿਆ। ਮੈਂ ਹਕੀਕਤ ਆਪਣੇ ਸਾਹਮਣੇ ਬਿਆਨ ਕਰ ਦਿੱਤੀ। ਹੁਣ ਆਪ ਜਿਹੜਾ ਹੁਕਮ ਦਿਓ ਮੈਂ ਕਰਨ ਲਈ ਤਿਆਰ। ਰਾਜਾ ਦਰੋਗੇ ਦਾ ਬਿਆਨ ਸੁਣ ਕੇ ਮੁਸਕਰਾਇਆ, ਫਿਰ ਸ਼ਾਂਤ ਆਵਾਜ਼ 'ਚ ਬੋਲਿਆ, ਪਰ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਕਿ ਦਰੋਗਾ ਸਾਹਿਬ ਕਿ ਤੁਸੀਂ ਕਾਲੂ ਖਾਂ ਨੂੰ ਫੜ ਕੇ ਉਹਨੂੰ 25,000 ਰੁਪਏ ਜਿੱਤਣ ਦੇ ਮੌਕੇ ਤੋਂ ਵਾਂਝਿਆ ਕਰ ਦਿੱਤਾ ਸੀ। ਕੁਸ਼ਤੀ ਮੁਕਾਬਲੇ ਵਿੱਚ ਕਾਲੂ ਖਾਂ ਦਾ ਪਹਿਲੇ ਨੰਬਰ ਉੱਤੇ ਆਉਣਾ ਤੈਅ ਜਿਹਾ ਹੋ ਗਿਆ। ਹੁਣ ਦਰੋਗਾ ਸਾਹਿਬ ਮੁਸਕਰਾਏ ਤੇ ਬੋਲੇ, ਹਜ਼ੂਰ, ਕਾਲੂ ਖਾਂ ਮੇਰੇ ਜਿਹੇ ਬੁੱਢੇ ਤੇ ਪਿੱਦੀ ਆਦਮੀ ਤੋਂ ਆਪਣਾ ਹੱਥ ਨਹੀਂ ਛੁਡਾ ਸਕਿਆ ਤਾਂ ਅਖਾੜੇ 'ਚ ਕੀ ਕਮਾਲ ਦਿਖਾਉਂਦਾ, ਕੋਈ ਵੀ ਉਹਨੂੰ ਹਰਾ ਦਿੰਦਾ। ਧੰਨਵਾਦ। ਅਗਲੀ ਜਰਮਨੀ ਕਹਾਣੀ ਹੈ ਛੁਰੀਆਂ ਦਾ ਨਿਸ਼ਾਨਾ। ਲੇਖਕ ਹਾਈਨਰਿਕ ਬਿਓਲ। ਜਪ ਛੁਰੀ ਨੂੰ ਉਹਦੇ ਫਲ ਤੋਂ ਫੜ ਕੇ ਉਂਝ ਹੀ ਸੱਜੇ ਖੱਬੇ ਘੁਮਾ ਰਿਹਾ ਸੀ। ਉਹ ਪਤਲੇ ਤੇਜ਼ ਲੰਮੇ ਫਰ ਵਾਲੀ ਛੁਰੀ ਸੀ। ਅਚਾਨਕ ਜਪ ਨੇ ਉਹਨੂੰ ਉਛਾਲਿਆ ਤਾਂ ਉਹ ਸੰਨ ਸੁਣਾਉਂਦੀ ਹੋਈ ਕਿਸੇ ਸੁਨਹਿਰੀ ਮੱਛੀ ਦੀ ਤਰ੍ਹਾਂ ਛੱਤ ਨਾਲ ਟਕਰਾ ਕੇ ਉਸੇ ਪਲ ਹੇਠਾਂ ਜਪ ਦੇ ਸਿਰ ਉੱਤੇ ਅੱਡ ਗਈ, ਜਿਸ ਉੱਤੇ ਜਪ ਨੇ ਬਿਜਲੀ ਦੀ ਤੇਜ਼ੀ ਨਾਲ ਲੱਕੜ ਦਾ ਇੱਕ ਮੋਟਾ ਚੌਰਸ ਟੁਕੜਾ ਰੱਖ ਲਿਆ ਸੀ। ਛੁਰੀ ਦੀ ਨੋਕ ਲੱਕੜ 'ਚ ਧਸ ਗਈ ਸੀ। ਉਹਦਾ ਹੈਂਡਲ ਹਵਾ 'ਚ ਲਹਿਰਾਉਣ ਲੱਗਿਆ। ਜਪ ਨੇ ਲੱਕੜ ਸਿਰ ਉੱਤੋਂ ਹਟਾਈ, ਉਸ ਵਿੱਚੋਂ ਛੁਰੀ ਕੱਢ ਕੇ ਗੁੱਸੇ 'ਚ ਦਰਵਾਜ਼ੇ ਵੱਲ ਸੁੱਟੀ, ਜਿੱਥੇ ਉਹ ਕੁਝ ਦੇਰ ਤੱਕ ਧਸੀ ਹੋਈ ਕੰਬਦੀ ਰਹੀ ਤੇ ਫਿਰ ਹੇਠਾਂ ਡਿੱਗੀ। ਲਾਹਨਤ ਹੈ, ਜਪ ਨੇ ਹੌਲੀ ਜਿਹੀ ਕਿਹਾ। ਮੇਰੀ ਇਸ ਖੇਡ ਨੂੰ ਦੇਖਣ ਵਾਲੇ ਲੋਕ ਚਾਹੁੰਦੇ ਹਨ ਕਿ ਮੈਂ ਛੁਰੀ ਨਾਲ ਨਿਸ਼ਾਨਾ ਲਾਵਾਂ ਤਾਂ ਸਾਹਮਣੇ ਕਿਸੇ ਦੀ ਜਾਨ ਨੂੰ ਖਤਰਾ ਹੋਣਾ ਚਾਹੀਦਾ, ਪਰ ਮੇਰੀ ਖੇਡ ਵਿੱਚ ਖਤਰੇ ਦੀ ਗੱਲ ਨਹੀਂ ਹੈ। ਉਹਨੇ ਝਟਕੇ ਨਾਲ ਛੁਰੀ ਚੁੱਕ ਕੇ ਉਹਨੂੰ ਇੰਨੇ ਜ਼ੋਰ ਨਾਲ ਖਿੜਕੀ ਦੀ ਚੌਗਾਠ ਵੱਲ ਵਗਾਇਆ ਕਿ ਨਿਸ਼ਾਨਾ ਲੱਗਦੇ ਹੀ ਖਿੜਕੀ ਦੇ ਸ਼ੀਸ਼ੇ ਖਣਖਣਾ ਉੱਠੇ। ਜਪ ਦੇ ਇਸ ਅਚੂਕ ਨਿਸ਼ਾਨੇ ਨੂੰ ਦੇਖ ਕੇ ਸਾਨੂੰ ਜੰਗ ਦੇ ਉਹ ਉਕਤਾਹਟ ਭਰੇ ਦਿਨ ਯਾਦ ਆਏ, ਜਦੋਂ ਆਪਣੇ ਜੇਬੀ ਚਾਕੂ ਖੋਲ ਕੇ ਛੱਤ ਦੇ ਵੱਲ ਵਗਾਇਆ ਕਰਦਾ ਸੀ। ਲੋਕਾਂ ਨੂੰ ਖੁਸ਼ ਕਰਨ ਲਈ ਮੈਂ ਹਰ ਕੰਮ ਕਰ ਸਕਦਾ, ਜਪ ਕਹਿ ਰਿਹਾ ਸੀ। ਮੈਂ ਆਪਣੇ ਕੰਨ ਕੱਟ ਸਕਦਾ, ਸ਼ਰਤ ਹੈ ਕਿ ਕੋਈ ਉਹਨਾਂ ਨੂੰ ਫਿਰ ਮੇਰੇ ਚਿਹਰੇ ਦੇ ਨਾਲ ਜੋੜ ਸਕੇ। ਮੈਂ ਕੰਨਾਂ ਦੇ ਬਿਨਾਂ ਨਹੀਂ ਰਹਿ ਸਕਦਾ, ਖੈਰ ਆਓ ਮੇਰੇ ਨਾਲ। ਉਹਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਬਾਂਹ ਤੋਂ ਫੜ ਕੇ ਛੱਤ ਵੱਲ ਲੈ ਗਿਆ, ਜਿਸ ਉੱਤੇ ਥਾਂ ਥਾਂ ਕਾਈ ਜੰਮੀ ਹੋਈ ਸੀ। ਉੱਥੇ ਉਹਨੇ ਇੱਕ ਟੁੱਟੀ ਹੋਈ ਬਹੁਤ ਉੱਚੀ ਬਾਲਕਨੀ ਦੇ ਵੱਲ ਇਸ਼ਾਰਾ ਕੀਤਾ। ਉੱਥੇ ਮੈਂ ਛੁਰੀ ਨਾਲ ਅਭਿਆਸ ਕਰਿਆ ਕਰਦਾ ਸੀ 1 ਸਾਲ ਤੱਕ, ਸਾਰਾ ਦਿਨ। ਦੇਖੋ ਕਿਵੇਂ ਸਿੱਟਦਾ। ਉਹਨੇ ਛੁਰੀ ਸੁੱਟੀ ਤਾਂ ਉਹ ਕਿਸੇ ਪੰਛੀ ਦੀ ਤਰ੍ਹਾਂ ਸਿੱਧੀ ਅਡੋਲ ਉੱਠਦੀ ਗਈ ਤੇ ਬਾਲਕਨੀ ਦੇ ਹੇਠਲੇ ਭਾਗ ਨਾਲ ਜਾ ਟਕਰਾਈ। ਫਿਰ ਬਿਜਲੀ ਦੀ ਤੇਜ਼ੀ ਨਾਲ ਜਪ ਦੇ ਸਿਰ ਦੇ ਵੱਲ ਆਈ, ਜਿਸ ਉੱਤੇ ਉਹਨੇ ਝੱਟ ਲੱਕੜ ਦਾ ਟੁਕੜਾ ਰੱਖ ਲਿਆ ਸੀ। ਛੁਰੀ ਲੱਕੜ ਵਿੱਚ ਘੱਟ ਤੋਂ ਘੱਟ 1 ਇੰਚ ਡੂੰਘੀ ਧਸ ਗਈ। ਵਾਹ, ਕੀ ਕਹਿਣੇ!
ਮੈਂ ਦਾਤ ਦਿੱਤੀ। ਦਰਸ਼ਕ ਇਹ ਕਰਤੱਵ ਦੇਖ ਕੇ ਦੰਗ ਰਹਿ ਜਾਂਦੇ ਹੋਣਗੇ। ਹਾਂ, ਜਪ ਨੇ ਛੁਰੀ ਲੱਕੜ ਚੋਂ ਕੱਢਦੇ ਹੋਏ ਆਖਿਆ। ਇਹ ਖੇਡ ਦਿਖਾਉਣ ਦੇ ਮੈਨੂੰ ਹਰ ਰਾਤ 12 ਮਾਰਕ ਜਰਮਨ ਸਿੱਕਾ ਮਿਲਦੇ ਹਨ, ਪਰ ਇਹ ਖੇਡ ਬਹੁਤ ਸਾਦੀ ਜਿਹੀ ਹੈ। ਇਸ 'ਚ ਖਤਰਾ ਨਹੀਂ ਹੈ। ਜੇ ਸਾਹਮਣੇ ਨਿਸ਼ਾਨਾ ਲਗਾਉਣ ਵਾਲੀ ਜਗ੍ਹਾ ਉੱਤੇ ਕੋਈ ਅੱਧ-ਨੰਗੀ ਔਰਤ ਖੜੀ ਹੋਵੇ, ਫਿਰ ਮੈਂ ਉਸ ਵੱਲ ਇਸ ਤਰ੍ਹਾਂ ਛੁਰੀ ਮਾਰਾਂ ਕਿ ਉਹ ਵਾਲ-ਵਾਲ ਬਚ ਜਾਏ ਤਾਂ ਦਰਸ਼ਕ ਸਾਹ ਰੋਕੀ ਦੇਖਦੇ ਰਹਿ ਜਾਣ, ਪਰ ਅਜਿਹੀ ਔਰਤ ਕਿੱਥੋਂ ਲਿਆਵਾਂ? ਅਸੀਂ ਫੇਰ ਕਮਰੇ 'ਚ ਜਾ ਕੇ ਸਟੋਵ ਦੇ ਕੋਲ ਚੁੱਪ-ਚਾਪ ਬੈਠ ਗਏ। ਮੈਂ ਆਪਣੀ ਜੇਬ 'ਚੋਂ ਰੋਟੀ ਦਾ ਟੁਕੜਾ ਕੱਢ ਕੇ ਜਪ ਨੂੰ ਕਿਹਾ, ਲੈ। ਜਪ ਨੇ ਰੋਟੀ ਖਾ ਕੇ ਆਖਿਆ, ਮੈਂ ਕੌਫੀ ਬਣਾਉਣਾ। ਉਹ ਤੋਂ ਮਗਰੋਂ ਮੇਰਾ ਖੇਡ ਦੇਖਣ ਚੱਲੀ। ਉਹ ਸਟੋਵ ਬਾਲਣ ਲੱਗਿਆ। ਮੈਂ ਉਬਲਦੇ ਹੋਏ ਪਾਣੀ ਨੂੰ ਦੇਖਦਾ ਰਿਹਾ। ਜਪ ਨੇ ਪਿਆਲੀ 'ਚ ਕੌਫੀ ਪਾਈ, ਜਿਸ 'ਚ ਅਸੀਂ ਵਾਰੀ-ਵਾਰੀ ਨਾਲ ਪੀਣ ਤੇ ਨਾਲ ਹੀ ਰੋਟੀ ਖਾਣ ਲੱਗੇ। ਬਾਹਰ ਹਨੇਰਾ ਹੋਣ ਲੱਗਿਆ ਸੀ। ਤੂੰ ਆਪਣੇ ਗੁਜ਼ਾਰੇ ਲਈ ਕੀ ਕਰਦਾ? ਜਪ ਨੇ ਇੱਕਦਮ ਮੇਰੇ ਤੋਂ ਪੁੱਛਿਆ। ਕੁਛ ਨਹੀਂ, ਬਸ ਮੁਸ਼ਕਿਲ ਨਾਲ ਹੀ ਢਿੱਡ ਭਰਦਾ। ਇਹ ਜੋ ਰੋਟੀ ਖਾ ਰਹੇ ਹਾਂ, ਇਹਦੇ ਨਾਲ ਮੈਨੂੰ ਪੱਥਰ ਤੋੜਨ ਦਾ ਔਖਾ ਕੰਮ ਕਰਨਾ ਪੈਂਦਾ ਹੈ। ਕੀ ਤੂੰ ਮੇਰਾ ਕੋਈ ਹੋਰ ਕਰਤੱਵ ਦੇਖਣਾ ਚਾਹੇਂਗਾ? ਮੈਂ ਸਿਰ ਹਿਲਾਇਆ। ਉਹਨੇ ਦੀਵਾਰ ਦੇ ਸਾਹਮਣੇ ਪਰਦਾ ਹਟਾਇਆ ਤਾਂ ਲਾਲ ਰੰਗ ਦੇ ਦਰਵਾਜ਼ੇ ਉੱਤੇ ਕੋਲੇ ਨਾਲ ਵਾਹੀ ਹੋਈ ਆਦਮੀ ਦੀ ਮੂਰਤ ਦਿਖਾਈ ਦਿੱਤੀ, ਜਿਹਦੇ ਸਿਰ ਉੱਤੇ ਟੇਪ ਬੰਨਿਆ ਹੋਇਆ ਸੀ। ਫਿਰ ਜਪ ਨੇ ਆਪਣੇ ਬਿਸਤਰੇ ਤੋਂ ਹੇਠੋਂ ਛੋਟਾ ਜਿਹਾ ਡੱਬਾ ਕੱਢ ਕੇ ਮੇਜ਼ ਉੱਤੇ ਰੱਖਿਆ। ਉਹਨੂੰ ਖੋਲ੍ਹਣ ਤੋਂ ਪਹਿਲਾਂ ਮੈਨੂੰ ਸਿਗਰਟ ਬਣਾਉਣ ਵਾਲੇ ਕਾਗਜ਼ ਦੇ 4 ਟੁਕੜੇ ਦਿੰਦੇ ਆਖਿਆ, ਇਹਨਾਂ ਦੀਆਂ ਸਿਗਰਟਾਂ ਬਣਾਓ। ਤਦ ਉਹਨੇ ਡੱਬਾ ਖੋਲ੍ਹਿਆ। ਉਸ ਵਿੱਚੋਂ ਇੱਕ ਕੱਪੜਾ ਕੱਢਿਆ, ਜਿਸ ਵਿੱਚ 1 ਦਰਜਨ ਛੁਰੀਆਂ ਫਸੀਆਂ ਹੋਈਆਂ ਸਨ। ਮੈਂ 2 ਸਿਗਰਟਾਂ ਬਣਾ ਕੇ ਇੱਕ ਜਪ ਦੇ ਵੱਲ ਵਧਾਈ। ਉਹਨੇ ਸਿਗਰਟ ਸੁਲਗਾ ਕੇ ਆਪਣੇ ਹੇਠਲੇ ਬੁੱਲ੍ਹ ਉੱਤੇ ਲਟਕਾ ਕੇ ਛੁਰੀਆਂ ਵਾਲੇ ਕੱਪੜੇ ਦਾ ਇੱਕ ਸਿਰਾ ਆਪਣੇ ਮੋਢੇ ਦੇ ਇੱਕ ਬਟਨ 'ਚ ਫਸਾਇਆ ਤੇ ਕੱਪੜੇ ਨੂੰ ਆਪਣੀ ਬਾਂਹ ਉੱਤੇ ਹੇਠਾਂ ਦੇ ਵੱਲ ਫੈਲਾਇਆ। ਤਦ ਉਹਨਾਂ ਛੁਰੀਆਂ ਨੂੰ ਇਸ ਤੇਜ਼ੀ ਨਾਲ ਕੱਢਦਾ ਹੋਇਆ ਸਾਹਮਣੇ ਵਗਾਉਣ ਲੱਗਿਆ ਕਿ ਮੇਰੇ ਪਲਕ ਝਪਕਦੇ ਹੀ ਉਹ 12 ਦੀਆਂ 12 ਛੁਰੀਆਂ ਦਰਵਾਜ਼ੇ ਤੇ ਬਣੀ ਆਦਮੀ ਦੀ ਮੂਰਤੀ 'ਚ ਧਸ ਗਈਆਂ। 2 ਟੋਪੀ ਵਿੱਚ, 2 ਹਰੇਕ ਮੋਢੇ ਵਿੱਚ ਤੇ 3 ਹਰ ਬਾਂਹ ਵਿੱਚ। ਜਵਾਬ ਨਹੀਂ ਹੈ, ਮੇਰੇ ਮੂੰਹ 'ਚੋਂ ਨਿਕਲਿਆ। ਲੋਕ ਦੇਖਣ ਤਾਂ ਉਹਨਾਂ ਦੇ ਸਾਹ ਰੁਕੇ ਰਹਿ। ਹਾਂ, ਪਰ ਇਹਦੇ ਲਈ ਸਾਹਮਣੇ ਜਿਉਂਦਾ ਆਦਮੀ ਖੜਾ ਹੋਣਾ ਚਾਹੀਦਾ ਹੈ। ਹੋਰ ਵੀ ਅੱਛਾ ਹੋਵੇ ਜੇ ਸਾਹਮਣੇ ਔਰਤ ਖੜੀ ਹੋਵੇ। ਉਹ ਦਰਵਾਜ਼ੇ ਵਿੱਚੋਂ ਛੁਰੀਆਂ ਕੱਢਣ ਲੱਗਿਆ, ਪਰ ਮੈਂ ਆਦਮੀ ਜਾਂ ਔਰਤ ਕਿੱਥੋਂ ਲਿਆਵਾਂ? ਔਰਤਾਂ ਤਾਂ ਬਹੁਤ ਡਰਪੋਕ ਹੁੰਦੀਆਂ ਨੇ, ਪਰ ਮਰਦਾਂ ਦੀ ਜਾਨ ਜ਼ਿਆਦਾ ਕੀਮਤੀ ਹੁੰਦੀ ਹੈ। ਹੁਣ ਚੱਲਣਾ ਚਾਹੀਦਾ ਹੈ। 8 ਵੱਜਣ ਵਾਲੇ ਨੇ ਤੇ ਮੈਂ 8:30 ਵਜੇ ਪਹੁੰਚਣਾ ਹੈ। ਬਿਨਾਂ ਘੜੀ ਦੇਖੇ ਤੈਨੂੰ ਕਿਵੇਂ ਪਤਾ ਹੈ ਕਿੰਨੇ ਵਜੇ ਨੇ? ਬਸ ਮੈਂ ਜਾਣ ਜਾਂਦਾ ਅਭਿਆਸ ਨਾਲ। ਅਸੀਂ ਬਾਹਰ ਨਿਕਲੇ ਤਾਂ ਲੋਕਾਂ ਦੀਆਂ ਗੱਲਾਂ ਤੇ ਹੱਸਣ ਦੀਆਂ ਆਵਾਜ਼ਾਂ ਸੁਣ ਕੇ ਸੁੱਖ ਦਾ ਸਾਹ ਆਇਆ। ਦੂਸਰਾ ਭਾਗ। ਬਾਰਿਸ਼ ਲਗਾਤਾਰ ਹੋ ਰਹੀ ਸੀ। ਠੰਡ ਤੋਂ ਬਚਣ ਲਈ ਅਸੀਂ ਆਪਣੇ ਕਾਲਰ ਖੜੇ ਕਰਕੇ ਕੰਬਦੇ ਹੋਏ ਆਪਣੇ ਆਪ ਵਿੱਚ ਸੁੰਗੜ ਗਏ। ਕਿਸੇ ਘਰ ਵਿੱਚ ਮੋਮਬੱਤੀ ਦਾ ਫਿੱਕਾ ਚਾਨਣ ਦਿਖਾਈ ਦਿੰਦਾ ਸੀ। ਚਾਰੇ ਪਾਸੇ ਖੰਡਰ ਤੇ ਤਬਾਹੀ ਨਜ਼ਰ ਆ ਰਹੀ ਸੀ। ਅਸੀਂ ਅੱਗੇ ਵੱਧਦੇ ਗਏ। ਥੀਏਟਰ ਦੇ ਮੁੱਖ ਦਰਵਾਜ਼ੇ ਉੱਤੇ ਕੋਈ ਆਦਮੀ ਨਹੀਂ ਸੀ। ਸ਼ੋਅ ਸ਼ੁਰੂ ਹੋਏ ਕੁਝ ਸਮਾਂ ਹੋ ਚੁੱਕਿਆ ਸੀ। ਦਰਵਾਜ਼ੇ ਉੱਤੇ ਲਟਕਦੇ ਗੰਦੇ ਲਾਲ ਪਰਦੇ ਦੇ ਪਿੱਛੇ ਤੋਂ ਹਾਲ ਵਿੱਚ ਬੈਠੇ ਲੋਕਾਂ ਦੀਆਂ ਮੱਧਮ ਜਿਹੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਜਪ ਨੇ ਮੈਨੂੰ ਕਾਊਬਾਏ ਦੇ ਲਿਬਾਸ ਵਿੱਚ ਇੱਕ ਫੋਟੋ ਕੰਧ ਉੱਤੇ ਟੰਗੀ ਹੋਈ ਦਿਖਾਈ ਤਾਂ ਉਹ ਹੱਸਿਆ। ਉਹ ਫੋਟੋ 2 ਨਾਚੀਆਂ ਦੀਆਂ ਫੋਟੋਆਂ ਦੇ ਵਿਚਾਲੇ ਟੰਗੀ ਹੋਈ ਸੀ। ਉਹਦੇ ਹੇਠਾਂ ਲਿਖਿਆ ਹੋਇਆ ਸੀ, ਛੁਰੀਆਂ ਵਾਲਾ ਆਦਮੀ। ਆਓ, ਜਪ ਨੇ ਆਖਿਆ ਤਾਂ ਮੈਂ ਉਹਦੇ ਨਾਲ ਚੱਲ ਪਿਆ। ਕੁਝ ਅੱਗੇ ਜਾ ਕੇ ਅਸੀਂ ਇੱਕ ਭੀੜੀ ਜਿਹੀ ਗੋਲ ਪੌੜੀ ਚੜ੍ਹਨ ਲੱਗੇ, ਜਿੱਥੇ ਪਸੀਨੇ ਤੇ ਮੇਕਅਪ ਦੀਆਂ ਚੀਜ਼ਾਂ ਦੀ ਗੰਧ ਫੈਲੀ ਹੋਈ ਸੀ। ਜਪ ਅਚਾਨਕ ਰੁਕ ਗਿਆ। ਉਹਨੇ ਮੁੜ ਕੇ ਮੇਰੇ ਮੋਢਿਆਂ ਉੱਤੇ ਹੱਥ ਰੱਖਦੇ ਹੋਏ ਹੌਲੀ ਆਵਾਜ਼ 'ਚ ਕਿਹਾ, ਬੋਲ, ਤੂੰ ਕਰ ਸਕੇਂਗਾ ਹਿੰਮਤ? ਮੈਂ ਕਾਫੀ ਚਿਰ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਜਦ ਮੈਂ ਅਚਾਨਕ ਇਹ ਗੱਲ ਸੁਣ ਕੇ ਡਰ ਗਿਆ ਤਦ ਮੂੰਹ 'ਚੋਂ ਨਿਕਲਿਆ, ਹਾਂ, ਉਹ ਹਿੰਮਤ ਜੋ ਨਿਰਾਸ਼ਾ 'ਚੋਂ ਪੈਦਾ ਹੁੰਦੀ ਹੈ। ਜਪ ਚੁੱਪ ਰਿਹਾ। ਉਸੇ ਵਕਤ ਥੀਏਟਰ ਦੇ ਅੰਦਰ ਬੇਤਹਾਸ਼ਾ ਹਾਸੇ ਦੀ ਆਵਾਜ਼ ਗੂੰਜੀ। ਸੁਣ ਕੇ ਮੈਂ ਕੰਬਣ ਲੱਗਿਆ। ਮੈਨੂੰ ਡਰ ਲੱਗ ਰਿਹਾ, ਮੈਂ ਹੌਲੀ ਜਿਹੀ ਕਿਹਾ। ਮੈਨੂੰ ਵੀ, ਜਪ ਨੇ ਆਖਿਆ, ਪਰ ਕੀ ਤੈਨੂੰ ਮੇਰੇ ਤੇ ਭਰੋਸਾ ਨਹੀਂ? ਬੇਸ਼ੱਕ ਹੈ, ਪਰ ਚਲੋ, ਮੈਂ ਬੈਠੀ ਹੋਈ ਆਵਾਜ਼ 'ਚ ਕਿਹਾ। 5 ਮਿੰਟ ਹੋਰ ਨੇ। ਜਪ ਨੇ ਆਪਣਾ ਲਿਬਾਸ ਪਾਉਂਦੇ ਹੋਏ ਬੁੱਲ੍ਹਾਂ 'ਚ ਆਖਿਆ, ਆਓ ਇੱਕ ਵਾਰ ਰਿਹਰਸਲ ਕਰ ਲਈਏ। ਤਦ ਦਰਵਾਜ਼ੇ ਤੇ ਦਸਤਕ ਹੋਈ। ਕਿਸੇ ਨੇ ਕਿਹਾ, ਛੇਤੀ ਦੇਣੇ ਤਿਆਰ ਹੋ ਜਾਓ। ਜਪ ਆਪਣਾ ਡੱਬਾ ਤੇ ਮੈਨੂੰ ਨਾਲ ਲੈ ਕੇ ਕਮਰੇ 'ਚੋਂ ਨਿਕਲਿਆ। ਕੁਝ ਅੱਗੇ ਜਾ ਕੇ ਉਹ ਇੱਕ ਗੰਜੇ ਆਦਮੀ ਨੂੰ ਦੇਖ ਕੇ ਰੁਕਿਆ ਤੇ ਉਹਦੇ ਕੰਨ 'ਚ ਕੁਝ ਕਹਿਣ ਲੱਗਾ।
ਉਸ ਵਕਤ ਮੈਂ ਆਪਣੇ ਵੱਲੋਂ ਲਾਪਰਵਾਹ ਬਣਿਆ ਸੀ। ਮੈਂ ਮਰ ਵੀ ਜਾਵਾਂ ਤਾਂ ਕੀ ਹੈ, ਅਗਲੇ ਦਿਨ ਮੈਂ 75 ਪੱਥਰ ਤੋੜਨੇ ਸੀ। ਇਸ ਕੰਮ ਦੇ ਬਦਲੇ ਪੌਣੀ ਰੋਟੀ ਮਿਲਦੀ ਸੀ। ਸਟੇਜ ਖਾਲੀ ਹੋਣ ਉੱਤੇ ਜਪ ਦ੍ਰਿੜ ਕਦਮਾਂ ਨਾਲ ਅੱਗੇ ਵਧਿਆ। ਉਹਨੂੰ ਦੇਖ ਕੇ ਦਰਸ਼ਕਾਂ ਵਿੱਚੋਂ ਕੁਝ ਕੁ ਨਹੀਂ ਹਲਕੀਆਂ ਜਿਹੀਆਂ ਤਾੜੀਆਂ ਮਾਰੀਆਂ। ਜਪ ਨੇ ਕਿੱਲਾਂ ਉੱਤੇ ਤਾਸ਼ ਦੇ ਪੱਤੇ ਲਟਕਾਏ, ਫਿਰ ਛੁਰੀਆਂ ਵਗਾਉਂਦਾ ਹੋਇਆ ਠੀਕ ਉਹਨਾਂ ਦੇ ਵਿੱਚ ਨਿਸ਼ਾਨੇ ਲਾਉਣ ਲੱਗਾ। ਤਾੜੀਆਂ ਕੁਝ ਜ਼ੋਰ ਨਾਲ ਵੱਜੀਆਂ, ਪਰ ਉਹਨਾਂ ਵਿੱਚ ਉਹ ਜੋਸ਼ ਨਹੀਂ ਸੀ। ਫਿਰ ਜਪ ਨੇ ਛੁਰੀ ਤੇ ਲੱਕੜੀ ਦੇ ਟੁਕੜੇ ਦਾ ਖੇਡ ਦਿਖਾਇਆ। ਦਰਸ਼ਕਾਂ ਵਿੱਚ ਬੈਠੀਆਂ ਤੀਵੀਆਂ ਦੇ ਚਿਹਰਿਆਂ ਉੱਤੇ ਮੈਂ ਡਰ ਦੇਖਿਆ। ਤਦ ਇੱਕ ਗੰਜਾ ਆਦਮੀ ਮੈਨੂੰ ਬਾਂਹ ਤੋਂ ਫੜ ਕੇ ਖਿੱਚਦਾ ਹੋਇਆ ਉੱਤੇ ਲੈ ਗਿਆ। ਉਹਨੇ ਸਿਪਾਹੀ ਵਰਗੇ ਅੰਦਾਜ਼ 'ਚ ਜਪ ਨੂੰ ਕਿਹਾ, ਮਿਸਟਰ ਬੇਗੋਲੇਵਸਕੀ, ਮੈਂ ਇੱਕ ਚੋਰ ਫੜ ਕੇ ਲਿਆਇਆ। ਇਹਨੂੰ ਫਾਂਸੀ ਉੱਤੇ ਚੜ੍ਹਾਉਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਇਸ ਉੱਤੇ ਛੁਰੀਆਂ ਦਾ ਨਿਸ਼ਾਨਾ ਅਜ਼ਮਾਓ। ਉਹਦੀ ਆਵਾਜ਼ 'ਚ ਬਨਾਵਟ ਸੀ। ਮੈਂ ਦਰਸ਼ਕਾਂ ਵੱਲ ਦੇਖਿਆ ਤਾਂ ਲੱਗਿਆ ਜਿਵੇਂ ਸਾਹਮਣੇ ਹਨੇਰੇ 'ਚ 1000 ਚਿਹਰਿਆਂ ਵਾਲਾ ਕੋਈ ਦੈਂਤ ਬੈਠਾ ਹੋਵੇ। ਉਹਦੇ ਬਾਅਦ ਮੈਂ ਜਿਵੇਂ ਵੈਰਾਗੀ ਜਿਹਾ ਹੋ ਗਿਆ। ਹੁਣ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ। ਉਸ ਵਕਤ ਆਪਣੇ ਗੰਦੇ ਕੱਪੜੇ ਤੇ ਖਸਤਾ ਹਾਲਤ ਬੂਟਾਂ ਵਿੱਚ ਮੈਂ ਸੱਚਮੁੱਚ ਚੋਰ ਲੱਗ ਰਿਹਾ ਸਾਂ। ਇਹਨੂੰ ਛੱਡ ਜਾਓ ਮੇਰੇ ਕੋਲ, ਜਪ ਨੇ ਗੰਜੇ ਆਦਮੀ ਨੂੰ ਆਖਿਆ। ਮੈਂ ਹੁਣੇ ਇਹਨੂੰ ਠੀਕ ਕਰ ਦਿੰਦਾ। ਜਪ ਨੇ ਮੈਨੂੰ ਕਾਲਰ ਤੋਂ ਫੜ ਕੇ ਤੇ ਇੱਕ ਖੰਭੇ ਦੇ ਕੋਲ ਲਿਜਾ ਕੇ ਬੰਨ੍ਹ ਦਿੱਤਾ। ਮੈਂ ਆਪਣੇ ਸੱਜੇ ਪਾਸੇ ਦਰਸ਼ਕਾਂ ਦੀਆਂ ਆਵਾਜ਼ਾਂ ਦੀ ਅਜੀਬ ਜਿਹੀ ਭਿਣਭਿਣਾਹਟ ਸੁਣੀ। ਜਪ ਨੇ ਕਿਹਾ ਸੀ, ਦਰਸ਼ਕ ਖੂਨ ਦੇ ਪਿਆਸੇ ਹੁੰਦੇ ਹਨ ਤੇ ਖੂਨ ਦੇਖਣਾ ਚਾਹੁੰਦੇ ਹਨ, ਜਿਹਦੇ ਲਈ ਉਹਨਾਂ ਨੇ ਪੈਸੇ ਖਰਚ ਕੀਤੇ ਹੁੰਦੇ ਹਨ। ਉਹ ਮੈਨੂੰ ਬੰਨ੍ਹ ਚੁੱਕਿਆ ਤਾਂ ਉਹਨੇ ਤਾਸ਼ ਦੇ ਪੱਤਿਆਂ ਵਿੱਚੋਂ ਛੁਰੀਆਂ ਕੱਢ ਕੇ ਮੇਰੇ ਵੱਲ ਬੇਹੱਦ ਘਿਰਨਾ ਨਾਲ ਦੇਖਿਆ। ਹੁਣ ਮੈਂ ਇਸ ਆਦਮੀ ਨੂੰ ਛੁਰੀਆਂ ਦਾ ਤਾਜ਼ ਪਾਉਣਾ ਚਾਹੁੰਦਾ, ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਹ ਛੁਰੀਆਂ ਖੁੰਡੀਆਂ ਨਹੀਂ ਹਨ। ਉਹਨੇ ਆਪਣੀ ਜੇਬ 'ਚੋਂ ਇੱਕ ਰੱਸੀ ਦਾ ਟੁਕੜਾ ਕੱਢਿਆ ਤੇ ਹਰੇਕ ਛੁਰੀ ਨਾਲ ਉਹਨੂੰ ਹਲਕਾ ਜਿਹਾ ਛੋਹ ਕੇ ਕੱਟਦੇ ਹੋਏ ਉਹਦੇ 12 ਟੁਕੜੇ ਕਰ ਦਿੱਤੇ। ਇਸ ਦੌਰਾਨ ਮੈਂ ਉਹਦੇ ਸਿਰ ਦੇ ਉੱਪਰੋਂ ਸਟੇਜ ਦੇ ਵਿੰਗਸ ਵਿੱਚ ਖੜੀਆਂ ਅਧਨੰਗੀਆਂ ਕੁੜੀਆਂ ਦੇ ਉਸ ਪਾਰ ਨਿਹਾਰਦਾ ਰਿਹਾ, ਜਿਵੇਂ ਇੱਕ ਨਵੀਂ ਜ਼ਿੰਦਗੀ ਨੂੰ ਦੇਖ ਰਿਹਾ ਸੀ। ਦਰਸ਼ਕਾਂ ਦੀ ਉਤੇਜਨਾ ਦੀ ਬਦੌਲਤ ਹਾਲਤ ਵਿੱਚ ਤਣਾਅ ਫੈਲਿਆ ਹੋਇਆ ਸੀ। ਜਪ ਨੇ ਮੇਰੇ ਕੋਲ ਆ ਕੇ ਮੈਨੂੰ ਹੋਰ ਮਜ਼ਬੂਤੀ ਨਾਲ ਬੰਨਣ ਦਾ ਦਿਖਾਵਾ ਕਰਦੇ ਹੋਏ ਧੀਮੀ ਆਵਾਜ਼ 'ਚ ਕਿਹਾ, ਇੱਕਦਮ ਸਥਿਰ ਬਣ ਕੇ ਖੜਾ ਰਹੀ, ਜ਼ਰਾ ਵੀ ਨਾ ਹਿੱਲੀ, ਬਿਲਕੁਲ ਨਾ ਡਰੀ। ਦੇਰ ਹੋ ਜਾਣ ਕਰਕੇ ਦਰਸ਼ਕਾਂ ਦਾ ਤਣਾਅ ਕੁਝ ਢਿੱਲਾ ਪੈ ਗਿਆ ਸੀ। ਉਸੇ ਵਕਤ ਜਪ ਨੇ ਜਿਵੇਂ ਹਵਾ ਨੂੰ ਫੜਿਆ, ਆਪਣੇ ਹੱਥਾਂ ਨੂੰ ਪੰਛੀਆਂ ਦੀ ਤਰ੍ਹਾਂ ਹਿਲਾਇਆ। ਦਰਸ਼ਕ ਉਹਨੂੰ ਇੱਕ ਟੱਕ ਦੇਖਣ ਲੱਗੇ। ਮੈਂ ਅਨੰਤ ਦੂਰੀ ਵਿੱਚੋਂ ਆਪਣੀ ਨਿਗਾਹ ਹਟਾ ਕੇ ਜਪ ਦੇ ਵੱਲ ਦੇਖਣ ਲੱਗਿਆ, ਜਿਹੜਾ ਹੁਣ ਮੇਰੇ ਬਿਲਕੁਲ ਸਾਹਮਣੇ ਖੜਾ ਸੀ। ਤਦ ਉਹਨੇ ਹੌਲੀ ਜਿਹੀ ਆਪਣਾ ਹੱਥ ਚੁੱਕ ਕੇ ਛੁਰੀ ਨੂੰ ਫੜਿਆ। ਮੈਂ ਇੱਕਦਮ ਅਹਿਲ ਬਣ ਕੇ ਅੱਖਾਂ ਬੰਦ ਕਰ ਲਈਆਂ। ਉਹ ਬਹੁਤ ਸ਼ਾਨਦਾਰ ਅਹਿਸਾਸ ਸੀ। ਬਸ ਕੁਝ ਹੀ ਪਲਾਂ ਲਈ ਮੈਂ ਛੁਰੀਆਂ ਦੀ ਹਲਕੀ ਜਿਹੀ ਸਾਂ ਦੀ ਆਵਾਜ਼ ਸੁਣ ਰਿਹਾ ਸੀ, ਜਿਹੜੀਆਂ ਮੈਨੂੰ ਜਿਵੇਂ ਛੋਹਦੀਆਂ ਹੋਈਆਂ ਮੇਰੇ ਪਿੱਛੇ ਲੱਕੜ ਦੇ ਤਖਤੇ ਵਿੱਚ ਧੱਸ ਰਹੀਆਂ ਸੀ। ਮੈਨੂੰ ਲੱਗ ਰਿਹਾ ਸੀ ਮੈਂ ਜਿਵੇਂ ਕਿਸੇ ਬਹੁਤ ਡੂੰਘੀ ਖਾਈ ਉੱਤੇ ਰੱਖੇ ਭੀੜੇ ਜਿਹੇ ਫੱਟੇ ਤੇ ਚੱਲ ਰਿਹਾ ਸੀ, ਸੁਰੱਖਿਅਤ ਰੂਪ ਵਿੱਚ। ਪਰ ਮੈਂ ਖਤਰੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਬਣਿਆ ਸੀ। ਮੈਨੂੰ ਡਰ ਵੀ ਲੱਗ ਰਿਹਾ ਸੀ, ਪਰ ਮੈਂ ਜਾਣਦਾ ਸੀ ਕਿ ਮੈਂ ਡਿੱਗਾਂਗਾ ਨਹੀਂ। ਮੈਂ ਛੁਰੀਆਂ ਨੂੰ ਗਿਣਿਆ ਨਹੀਂ, ਪਰ ਆਖਰੀ ਛੁਰੀ ਦੀ ਆਵਾਜ਼ ਉੱਤੇ ਮੈਂ ਅੱਖਾਂ ਖੋਲਣ ਲੱਗਿਆ। ਦਰਸ਼ਕਾਂ ਦੀਆਂ ਬੇਤਹਾਸ਼ਾ ਤਾੜੀਆਂ ਦੀ ਆਵਾਜ਼ ਸੁਣ ਕੇ ਮੈਂ ਜਿਵੇਂ ਹੋਸ਼ 'ਚ ਆਇਆ। ਮੈਂ ਪੂਰੀਆਂ ਅੱਖਾਂ ਖੋਲ ਕੇ ਜਪ ਦੇ ਪੀਲੇ ਚਿਹਰੇ ਨੂੰ ਦੇਖਿਆ। ਦੌੜ ਕੇ ਮੇਰੇ ਕੋਲ ਆਇਆ, ਕੰਬਦੇ ਹੱਥਾਂ ਨਾਲ ਮੇਰੇ ਦੁਆਲੇ ਬੰਨੀਆਂ ਰੱਸੀਆਂ ਖੋਲਣ ਲੱਗਿਆ। ਫਿਰ ਉਹ ਮੈਨੂੰ ਖਿੱਚ ਕੇ ਸਟੇਜ ਵਿਚਕਾਰ ਲੈ ਗਿਆ। ਉਹਨੇ ਦਰਸ਼ਕਾਂ ਦੇ ਸਾਹਮਣੇ ਸਿਰ ਝੁਕਾਇਆ ਤੇ ਮੈਂ ਵੀ ਝੁਕਾਇਆ। ਅਸੀਂ ਵਾਪਸ ਆਪਣੇ ਕਮਰੇ 'ਚ ਆਏ। ਅਸੀਂ ਚੁੱਪ ਸਾਂ। ਜਪ ਨੇ ਤਾਸ਼ ਦੇ ਪੱਤੇ ਕੁਰਸੀ ਉੱਤੇ ਸੁੱਟੇ ਤੇ ਮੇਰਾ ਕੋਟ ਕੀਲੀ ਤੋਂ ਲਾ ਕੇ ਮੈਨੂੰ ਪਵਾਉਣ ਲੱਗਿਆ। ਤਦ ਉਹਨੇ ਆਪਣਾ ਕਾਊਬਾਈ ਵਾਲਾ ਲਿਬਾਸ ਲਾ ਕੇ ਕੀਲੇ ਤੇ ਟੰਗ ਕੇ ਆਪਣੀ ਜੈਕਟ ਪਾ ਲਈ। ਫਿਰ ਅਸੀਂ ਆਪਣੀਆਂ ਟੋਪੀਆਂ ਸਿਰ ਉੱਤੇ ਰੱਖ ਕੇ ਦਰਵਾਜ਼ੇ ਵੱਲ ਵਧੇ ਹੀ ਸੀ ਕਿ ਗੰਜਾ ਆਦਮੀ ਛੇਤੀ ਦੇਣੇ ਅੰਦਰ ਆਇਆ ਤੇ ਉਹਨੇ ਜਪ ਨੂੰ ਕਿਹਾ, ਹੁਣ ਤੇਰੀ ਤਨਖਾਹ 40 ਮਾਰਕ ਤੱਕ ਵਧਾ ਦਿੱਤੀ ਗਈ ਹੈ। ਉਹਨੇ ਜਪ ਨੂੰ ਕੁਝ ਨੋਟ ਫੜਾਏ। ਲਗਭਗ 1 ਘੰਟੇ ਮਗਰੋਂ ਕਿਤੇ ਜਾ ਕੇ ਮਹਿਸੂਸ ਕੀਤਾ ਕਿ ਮੈਨੂੰ ਨਿਯਮਤ ਰੂਪ ਵਿੱਚ ਕੰਮ ਮਿਲ ਗਿਆ। ਅਜਿਹਾ ਕੰਮ ਜਿਸ 'ਚ ਮੈਂ ਕੁਝ ਵੀ ਨਹੀਂ ਕਰਨਾ, ਬਸ ਸਟੇਜ ਉੱਤੇ ਖੜਾ ਹੋ ਕੇ ਸੁਪਨਾ ਦੇਖਣਾ ਹੈ। 12 ਸੈਕਿੰਡ ਤੱਕ ਜਾਂ ਸ਼ਾਇਦ 20 ਸੈਕਿੰਡ ਤੱਕ ਹੁਣ ਮੈਂ ਉਹ ਆਦਮੀ ਸਾਂ ਜਿਸ ਉੱਤੇ ਛੁਰੀਆਂ ਸੁੱਟੀਆਂ ਜਾਂਦੀਆਂ ਸਨ। ਧੰਨਵਾਦ।